ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਵੱਲੋਂ ਬਜਟ ਆਉਂਦੇ ਰਹੇ ਆ ਜਿਨ੍ਹਾਂ ਦੇ ਤੁਸੀਂ ਤਸਵੀਰਾਂ ਦੇਖ ਰਹੇ ਜੇ ਉਹਨਾਂ ਨਾਲ ਇਹ ਬਜਟ ਕਿਵੇਂ ਵੱਖਰਾ ਸੀ। ਪਿਛਲੇ ਸਾਲ ਜਿਹੜਾ ਹਰਪਾਲ ਸਿੰਘ ਚੀਮਾ ਨੇ ਪਹਿਲਾ ਬਜਟ ਪੇਸ਼ ਕੀਤਾ ਸੀ ਉਹਦੇ ਨਾਲੋਂ ਇਹ ਬਜਟ ਕਿਵੇਂ ਵੱਖਰਾ, ਇਹਦੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਹੈਲਥ ਦੇ ਉੱਤੇ ਜਿਹੜਾ ਪੈਸਾ ਦਿੱਤਾ ਗਿਆ ਪਿਛਲੇ ਸਾਲ ਨਾਲੋਂ 11% ਵੱਧ, ਸਕੂਲਾਂ ਕਾਲਜਾਂ ਦੀ 17,000 ਕਰੋੜ ਦਿੱਤਾ ਗਿਆ, ਪਿਛਲੇ ਨਾਲੋਂ 12% ਵੱਧ, ਤੇ ਐਗਰੀਕਲਚਰ ਵਾਸਤੇ 20% ਵੱਧ ਪੈਸਾ ਦਿੱਤਾ ਗਿਆ। ਵਿਭਿੰਨਤਾ ਦਾ ਵੱਲ ਖਾਸ ਧਿਆਨ ਦਿੱਤਾ ਜਾਏਗਾ। ਜਿਹੜਾ 5 ਸਾਲ ਮੰਨ ਲਓ ਕਿ ਕਾਂਗਰਸ ਬਜਟ ਪਾਸ ਕਰਦੀ ਰਹੀ ਜਾਂ ਕੋਈ ਨੋਟਬੰਦੀ ਕਰਦੇ ਰਹੇ, ਉਹ 5 ਸਾਲ ਇਹ ਕਾਂਗਰਸ ਵਾਲੇ ਬਜਟ ਪਾਸ ਕਰਦੇ ਰਹੇ ਤੇ ਇਹ ਆਦੇ ਰਹੇ ਕਿ ਬਿਲਕੁਲ ਨਕਮਾ ਬਜਟ ਆ, ਤੇ ਹੁਣ ਇਹ ਆ ਗਏ ਤੇ ਉਹ ਆਦੇ ਬਿਲਕੁਲ ਨਕਮਾ। ਮੈਨੂੰ ਦੱਸੋ ਫਿਰ ਫਰਕ ਕੀ ਰਹਿ ਗਿਆ? ਕਿ ਅਸੀਂ ਅੱਗੇ ਤੁਸੀਂ ਸੇਬ ਖਾਣ ਲਈ ਜਾਂ ਸੇਬ ਖਰੀਦਣ ਦੀ ਤੁਹਾਨੂੰ ਹਿਮਾਚਲ ਜਾਂ ਕਸ਼ਮੀਰ ਵੱਲ ਵੇਖਣਾ ਪੈਂਦਾ ਸੀ, ਹੁਣ ਅਸੀਂ ਪੰਜਾਬ 'ਚ ਸੇਬਾਂ ਦੇ ਬਾਗ ਲਾਵਾਂਗੇ। ਉਹ ਪਤਾ ਨਹੀਂ ਸੇਬਾਂ ਦੇ ਬਾਗ ਇੱਥੇ ਲੱਗਣਗੇ ਕੀ, ਇੱਥੇ ਕਿੰਨਾ ਕੁ ਕਾਮਯਾਬ ਹੋਣਗੇ, ਕਿੰਨਾ ਕਿ ਸਾਡਾ ਵੈਦਰ ਪਰਮਿਟ ਕਰਦਾ ਵਾ ਇਹਨਾਂ ਨੂੰ। ਇਹਦੇ ਨਾਲੋਂ ਜਿਹੜੇ ਸਾਡੇ ਇੱਥੇ ਕੀਨੋ ਜਾਂ ਲੀਚੀਆਂ ਜਾਂ ਸਾਡੇ ਜਿਹੜੇ ਫਲ ਫਰੂਟ ਹੁੰਦੇ ਆ ਆਲਰੇਡੀ ਪੰਜਾਬ 'ਚ ਹੁੰਦੇ ਆ, ਆਪਾਂ ਉਹਨਾਂ ਨੂੰ ਕਿਉਂ ਨਹੀਂ ਬੜਾਵਾ ਦਿੰਦੇ? ਕਾਜੂਆਂ, ਦਾਖਾਂ, ਬਦਾਮਾਂ ਦੀ ਖੇਤੀ ਵੀ ਕਰਾਂਗੇ ਜੀ ਹੁਣ ਅਸੀਂ। ਹਾਂ, ਸੇਬਾਂ ਤੋਂ ਬਾਅਦ ਹੁਣ ਮੇਰੇ ਖਿਆਲ ਕਾਜੂਆਂ, ਦਾਖਾਂ ਤੇ ਬਦਾਮਾਂ ਦੀ ਲੋੜ ਆ। ਉਹਦੇ ਨਾਲ ਹੀ ਮੇਰੇ ਖਿਆਲ ਆਪਾਂ ਰੰਗਲੇ ਪੰਜਾਬ ਵੱਲ ਵਧਾਂਗੇ। ਤੁਸੀਂ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਆ ਉਹਦੇ ਨਾਲ ਸਹਿਮਤ ਜੇ? ਕਿਉਂਕਿ ਬਾਕੀ ਹਸਪਤਾਲਾਂ ਨੂੰ ਬੰਦ ਕਰਕੇ ਉਹਨਾਂ ਦੇ ਡਾਕਟਰਾਂ ਨੂੰ ਡਾਇਵਰਟ ਕਰਕੇ ਆਮ ਆਦਮੀ ਕਲੀਨਿਕ ਦੇ ਵਿੱਚ ਲਾਤਾ ਗਿਆ ਵਾ। ਬਿਲਕੁਲ ਸਹਿਮਤ ਆ ਜੋ ਜੀ। ਉਹਨਾਂ ਦੇ ਵਿੱਚੋਂ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਸਰ, ਦੇਖੋ ਤੁਹਾਨੂੰ ਤੁਸੀਂ ਐਮਐਲਏ ਰਹੇ ਆ, ਤੁਹਾਨੂੰ ਅਸੀਂ ਬਾਹਰ ਰਹਿੰਦੇ ਆ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ, ਤੁਸੀਂ ਸੀਨੀਅਰ ਆ। ਉਹ ਬਾਦਲ ਸਰਕਾਰ ਨੇ ਉਦੋਂ ਪੈਸੇ ਪਹਿਲਾਂ ਦੇ ਨਹੀਂ ਰਹੇ ਜ਼ਮੀਨ ਖਰੀਦਣ ਲਈ, ਜ਼ਮੀਨ ਹੀ ਨਹੀਂ ਹੈਗੀ। ਬੜੀ ਮੁਸ਼ਕਲ ਨਾਲ ਉਦੋਂ ਇੱਥੇ ਮੰਤਰੀ ਨੇ, ਇਹਨਾਂ ਦੇ ਲੋਕਲ ਬਾਡੀ ਸ਼ਾਇਦ ਉਹ ਸੀਗੇ ਅੰਮ੍ਰਿਤਸਰ ਤੋਂ, ਉਹਨਾਂ ਨੇ ਧਰਨਾ ਲਾਤਾ ਨਾਲ ਬੀਜੇਪੀ ਵਾਲੇ ਦੇ, ਫਿਰ ਜ਼ਮੀਨ ਉਹਨਾਂ ਨੇ ਸਾਈਟ ਲੱਭ ਕੇ ਦਿੱਤੀ। ਹੁਣ ਜ਼ਮੀਨ ਦੀ ਬੜੀ ਮੁਸ਼ਕਲ ਨਾਲ ਹੁਣ ਨਵੀਂ ਸਰਕਾਰ ਆਈ, ਨੋਟੀਫਿਕੇਸ਼ਨ ਕਰਾਈ ਆ। ਜੇਕਰ ਜ਼ਮੀਨ ਨਾ ਦਿੱਤੀ ਇਹਨਾਂ ਨੇ ਸਾਰੀ, ਤੇ ਸੈਂਟਰ ਨੇ ਪ੍ਰੋਜੈਕਟ ਕਿਤੇ ਹੋਰ ਲਾਇਆ ਜਾਣਾ। ਇੱਕ ਪਾਸੇ ਕਹਿ ਰਹੇ ਅਸੀਂ ਫਾਰਮਿੰਗ ਨੂੰ ਇੱਦਾਂ ਕਰਨਾ ਹੈ, ਪਰ ਸ਼ਾਇਦ ਇਹ ਚਾਹੁੰਦੇ ਨਹੀਂ ਕਿ ਅੰਮ੍ਰਿਤਸਰ 'ਚ ਲੱਗੇ। ਨਮਸਕਾਰ, ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕੰਵਰ ਸੰਧੂ। ਇਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਹੈ ਸ਼ੁੱਕਰਵਾਰ ਦੀ ਸ਼ਾਮ, ਭਾਰਤ 'ਚ ਸ਼ਨੀਚਰਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 554, ਫੱਗਣ ਦੀ 27 ਤਰੀਕ ਹੈ। ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਸ਼ੋਅ ਹੈਲੋ ਗਲੋਬਲ ਪੰਜਾਬ, ਜੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਇਸ ਵੇਲੇ ਰੋਜ਼ ਵਾਂਗੂ ਲਾਈਵ ਟੈਲੀਕਾਸਟ ਹੈ। ਇਹ ਸ਼ੋਅ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਉੱਪਰ ਵੀ ਲਾਈਵ ਹੈ ਔਰ ਉਹਨੂੰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਕ੍ਰਾਸ ਪੋਸਟ ਕੀਤਾ ਜਾ ਰਿਹਾ ਵਾ। ਰੋਜ਼ ਵਾਂਗੂ OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਜੇ। ਕਾਲ ਇਨ ਪ੍ਰੋਗਰਾਮ ਹੈ, ਤੁਸੀਂ ਇਹਦੇ 'ਚ ਕਾਲ ਵੀ ਕਰ ਸਕਦੇ ਜੇ। ਫੇਸਬੁੱਕ ਤੇ ਆਪਣੇ ਕਮੈਂਟਸ ਵੀ ਪੋਸਟ ਕਰ ਸਕਦੇ ਜੇ। ਸਾਡੀ ਕੋਸ਼ਿਸ਼ ਹੁੰਦੀ ਆ ਕਿ ਰੋਜ਼ ਆਪਾਂ ਕਿਸੇ ਨਾ ਕਿਸੇ ਭਖਦੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰੀਏ। ਖੁੱਲ੍ਹੀ ਵਿਚਾਰ ਚਰਚਾ ਹੁੰਦੀ ਆ। ਜਦੋਂ ਕਾਲ ਕਰੋਗੇ ਜਾਂ ਫੇਸਬੁੱਕ ਤੇ ਕਮੈਂਟਸ ਪਾਓਗੇ ਤਾਂ ਕੋਸ਼ਿਸ਼ ਕਰਿਓ ਕਿ ਅੱਜ ਦੇ ਵਿਸ਼ੇ ਦੇ ਉੱਪਰ ਹੀ ਤੁਸੀਂ ਕਮੈਂਟਸ ਲਿਖੋ, ਅੱਜ ਦੇ ਵਿਸ਼ੇ ਤੱਕ ਹੀ ਸੀਮਿਤ ਰਹੋ। ਅਸੀਂ ਚਾਹਾਂਗੇ ਕਿ ਸਾਡੇ ਨੌਜਵਾਨ ਵਰਗ ਤੋਂ ਸਾਡੀਆਂ ਭੈਣਾਂ, ਔਰਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਜਿੰਨੇ ਲੋਕ ਵੇਖਦੇ ਨੇ ਪ੍ਰੋਗਰਾਮ, ਨਵੇਂ ਕਾਲਰ ਨੇ, ਜੇ ਉਹਨਾਂ ਦਾ ਕੋਈ ਨਾ ਕੋਈ ਵਿਊ ਆ, ਵਿਚਾਰ ਆ, ਤੇ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰਨ। ਵਿਚਾਰ ਚਰਚਾ ਦੇ ਵਿੱਚੋਂ ਹੀ ਕਈ ਵਾਰਾਂ ਚੰਗੀਆਂ ਗੱਲਾਂ ਨਿਕਲਦੀਆਂ ਵਾ। ਅੱਜ ਆਪਾਂ ਗੱਲ ਕਰਾਂਗੇ ਪੰਜਾਬ 'ਚ ਪੇਸ਼ ਹੋਏ ਬਜਟ ਦੀ। ਕੱਲ੍ਹ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣਾ ਦੂਸਰਾ ਬਜਟ ਪੇਸ਼ ਕੀਤਾ। ਪਿਛਲੇ ਸਾਲ ਜੂਨ ਦੇ ਵਿੱਚ ਬਜਟ ਪੇਸ਼ ਹੋਇਆ ਸੀ ਕਿਉਂਕਿ ਪਿਛਲੇ ਸਾਲ ਨਵੀਂ ਸਰਕਾਰ ਬਣੀ ਸੀ। ਇਹ ਦੂਸਰਾ ਬਜਟ ਹੈ, ਪਰ ਕਿਉਂਕਿ ਪਿਛਲਾ ਬਜਟ ਸਿਰਫ 9 ਮਹੀਨਿਆਂ ਦਾ ਬਜਟ ਸੀ, ਇਹ 12 ਮਹੀਨਿਆਂ ਦਾ ਬਜਟ ਹੈ, ਸੋ ਇੱਕ ਤਰੀਕੇ ਨਾਲ ਪੂਰਨ ਬਜਟ ਇਹ ਪਹਿਲਾ ਹੈ। ਪਿਛਲੀ ਵਾਰੀ ਵਾਂਗੂ ਇਸ ਬਜਟ ਦੇ ਵਿੱਚ ਵੀ ਕੋਈ ਟੈਕਸ ਨਹੀਂ ਲਾਇਆ ਗਿਆ। ਇਸ ਤੋਂ ਇਲਾਵਾ ਵਿੱਤ ਮੰਤਰੀ ਦਾ ਕਹਿਣਾ ਵਾ, ਹਰਪਾਲ ਸਿੰਘ ਚੀਮਾ ਦਾ ਕਹਿਣਾ ਵਾ ਕਿ 3 ਚੀਜ਼ਾਂ ਦੇ ਉੱਤੇ ਫੋਕਸ ਇਹਦੇ ਵਿੱਚ ਕੀਤਾ ਗਿਆ ਵਾ: ਸਿੱਖਿਆ, ਸਿਹਤ ਸੇਵਾਵਾਂ ਤੇ ਖੇਤੀਬਾੜੀ ਖੇਤਰ ਦੇ ਉੱਪਰ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ ਪੰਜਾਬ ਜਿਹੜਾ ਵਾ ਉਹ ਰੰਗਲੇ ਪੰਜਾਬ ਵੱਲ ਵਧੂਗਾ। ਇਸ ਤਰ੍ਹਾਂ ਦੀ ਟਵੀਟ ਵੀ ਮੁੱਖ ਮੰਤਰੀ ਨੇ ਕੱਲ੍ਹ ਕੀਤੀ ਸੀ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਵੱਲੋਂ ਬਜਟ ਆਉਂਦੇ ਰਹੇ ਆ, ਜਿਨ੍ਹਾਂ ਦੇ ਤੁਸੀਂ ਤਸਵੀਰਾਂ ਵੇਖ ਰਹੇ ਜੇ, ਉਹਨਾਂ ਨਾਲ ਇਹ ਬਜਟ ਕਿਵੇਂ ਵੱਖਰਾ ਸੀ। ਪਿਛਲੇ ਸਾਲ ਜਿਹੜਾ ਹਰਪਾਲ ਸਿੰਘ ਚੀਮਾ ਨੇ ਪਹਿਲਾ ਬਜਟ ਪੇਸ਼ ਕੀਤਾ ਸੀ ਉਹਦੇ ਨਾਲੋਂ ਇਹ ਬਜਟ ਕਿਵੇਂ ਵੱਖਰਾ,
ਇਹਦੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਬਜਟ ਸਪੀਚ ਦੇ ਵਿੱਚ ਤੋਂ ਜ਼ਾਹਿਰ ਹੈ ਕਿ ਇਸ ਸਾਲ ਦੇ ਅਖੀਰ ਤੱਕ ਪੰਜਾਬ ਦਾ ਕਰਜ਼ਾ ਜਿਹੜਾ ਵਾ ਕਰੀਬ 3.5 ਲੱਖ ਕਰੋੜ ਤੱਕ ਪਹੁੰਚ ਜਾਊਗਾ। ਜਦੋਂ ਇਹ ਸਰਕਾਰ ਬਣੀ ਸੀ ਉਦੋਂ 3.25 ਲੱਖ ਦਾ ਕਰਜ਼ਾ ਸੀ। ਹੁਣ ਇਹ ਕਰਜ਼ਾ ਜਿਹੜਾ ਵਾ 3.5 ਲੱਖ ਇਸ ਸਾਲ ਦੇ ਅਖੀਰ ਤੱਕ ਪਹੁੰਚ ਜਾਊਗਾ। ਔਰ ਇਹ ਵੀ ਆਪੋਜੀਸ਼ਨ ਨੇ ਇਸ ਬਜਟ ਨੂੰ ਸਿਰੇ ਤੋਂ ਨਕਾਰਤਾ। ਉਹਨਾਂ ਕਿਹਾ ਬੜਾ ਸਧਾਰਨ ਬਜਟ ਹੈ, ਪੈਡੈਸਟਰਨ ਵਰਡ ਇਸਤੇਮਾਲ ਕੀਤਾ। ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ, ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੀਆਂ ਜਿਹੜੀਆਂ ਆਸਾਂ ਸਨ, ਆਸ਼ਾਵਾਂ ਨੇ, ਉਹ ਚਕਨਾਚੂਰ ਹੋ ਗਈਆਂ ਔਰ ਬਹੁਤ ਸਾਰੇ ਵਾਅਦੇ ਗਰੰਟੀਆਂ ਚੋਣਾਂ ਜਿੱਤਣ ਵਾਸਤੇ ਜਿਹੜੀਆਂ ਦਿੱਤੀਆਂ ਸੀ, ਜਿਸ 'ਚ 1000 ਰੁਪਈਆ ਹਰ ਔਰਤ ਨੂੰ, 18 ਸਾਲ ਤੋਂ ਵੱਧ ਉਮਰ ਦੀ ਔਰਤ ਨੂੰ ਪ੍ਰੋਮਿਸ ਕੀਤਾ ਗਿਆ ਸੀ, ਉਹ ਇਹਦੇ ਵਿੱਚ ਉਹਦਾ ਜ਼ਿਕਰ ਹੀ ਤੱਕ ਹੈ ਨਹੀਂ। ਮਾਇਨੇ 'ਚ ਕਿਹਾ ਸੀ 20,000 ਰੁਪਈਆ ਇਕੱਠਾ ਹੋਊ, ਕਿੱਥੇ ਆ? ਸਿਰਫ 135 ਕਰੋੜ ਰੁਪਈਆ ਇਕੱਠਾ ਹੋਇਆ। ਸੋ ਇਸ ਤਰ੍ਹਾਂ ਦੀਆਂ ਗੱਲਾਂ, ਕਈ ਗੱਲਾਂ ਕੀਤੀਆਂ ਗਈਆਂ ਵਾ। ਬਹੁਤ ਲੋਕੀ ਮਾਹਰ ਪੰਜਾਬ 'ਚ ਰਹਿਣ ਵਾਲੇ ਲੋਕੀ ਜਿਹੜੇ ਪਹਿਲੇ ਬਜਟ ਵੇਖਦੇ ਰਹੇ ਨੇ, ਪਿਛਲੀਆਂ 4 ਜਾਂ 5 ਬਜਟ ਪੇਸ਼ ਕੀਤੀਆਂ ਬਤੌਰ ਕਾਂਗਰਸ ਵਿੱਤ ਮੰਤਰੀ, ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ, ਉਸ ਵੇਲੇ ਦੇਖਿਆ ਗਿਆ ਸੀ ਸ਼ਾਇਰੋ ਸ਼ਾਇਰੀ ਬਹੁਤ ਹੁੰਦੀ ਸੀ ਬਜਟ ਦੇ ਵਿੱਚ। ਹਰ ਦੂਸਰੇ ਚੌਥੇ ਪੇਜ ਦੇ ਬਾਅਦ, ਪੜ੍ਹਨ ਤੋਂ ਬਾਅਦ ਉਹ ਕੋਈ ਨਾ ਕੋਈ ਸ਼ੇਰ ਜ਼ਰੂਰ ਸੁਣਾਉਂਦੇ ਸਨ। ਮਿਰਜ਼ਾ ਗਾਲਿਬ ਦੇ ਸ਼ੇਰ, ਮੁਹੰਮਦ ਇਕਬਾਲ ਦੇ ਸ਼ੇਰ ਵਗੈਰਾ ਵਗੈਰਾ। ਇਸ ਬਜਟ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਇੱਕ ਦੋ ਵਾਰੀ ਗੁਰਬਾਣੀ ਦਾ ਜ਼ਿਕਰ ਤੇ ਜ਼ਰੂਰ ਕੀਤਾ ਵਾ, ਲੇਕਿਨ ਸ਼ੇਰ ਉਹਨਾਂ ਨੇ ਸਿਰਫ ਜੋ ਤੱਕ ਖਿਆਲ ਆਉਂਦਾ ਵਾ, ਇੱਕੋ ਹੀ ਸ਼ੇਰ ਉਹਨਾਂ ਨੇ ਸੁਣਾਇਆ। ਉਹ ਰਾਹਤ ਇੰਦੌਰੀ ਸਾਹਿਬ ਦਾ ਸ਼ੇਰ ਉਹਨਾਂ ਨੇ ਪੜ੍ਹਿਆ, हमसे पहले भी मुसाफिर कई गुजरे होंगे, हमसे पहले भी कई मुसाफिर गुजरे होंगे, कम से कम राह के पत्थर तो हटाते जाते। सो उन्होंने गिला किया कि हुण तक जिहड़े मुसाफिर आए आ, जिहड़े वित्त मंत्री आए आ, वो रस्ते जिहड़े पत्थर सी वो भी नहीं हटा सके। सो विकास ਦੇ ਰਾਹ ਦੇ ਵਿੱਚ ਜਿਹੜੇ ਰੋੜੇ ਲਗਾਤਾਰ ਇਸ ਸਰਕਾਰ ਨੂੰ ਸਾਹਮਣਾ ਉਹਨਾਂ ਦਾ ਕੰਮ ਕਰਨਾ ਪੈ ਰਿਹਾ, ਇਹ ਵਿੱਤ ਮੰਤਰੀ ਦਾ ਕਹਿਣਾ ਸੀ। ਮਨਪ੍ਰੀਤ ਸਿੰਘ ਬਾਦਲ ਤੋਂ ਪਹਿਲਾਂ ਪਰਮਿੰਦਰ ਢੀਂਡਸਾ ਅਕਾਲੀ ਦਲ ਵੇਲੇ ਬਜਟ ਪੇਸ਼ ਕਰਦੇ ਰਹੇ। ਉਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਸੀ, ਉਦੋਂ ਬਤੌਰ ਵਿੱਤ ਮੰਤਰੀ ਉਦੋਂ ਵੀ ਬਜਟ, ਉਹ ਅਕਾਲੀ ਦਲ ਦਾ ਬਜਟ ਵੀ ਪੇਸ਼ ਕਰਦੇ ਰਹੇ ਨੇ। ਸੋ ਇਹ ਬਜਟ ਕਿਵੇਂ ਵੱਖਰਾ ਵਾ। ਔਰ ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲੀ, ਪਿਛਲੇ ਸਾਲ ਜਦੋਂ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕੀਤਾ ਸੀ ਤੇ ਉਹਦੇ 'ਚ ਦਿੱਲੀ ਦਾ ਜ਼ਿਕਰ ਬਹੁਤ ਸੀ, ਦਿੱਲੀ ਦੀ ਪਾਲਿਸੀ, ਦਿੱਲੀ ਮਾਡਲ ਵਗੈਰਾ ਵਗੈਰਾ। ਐਰਕੀ ਦਿੱਲੀ ਦਾ ਜ਼ਿਕਰ ਨਹੀਂ। ਉਸ ਵੇਲੇ ਮਨੀਸ਼ ਸਿਸੋਦੀਆ ਦਿੱਲੀ ਦੇ ਉਪ ਮੁੱਖ ਮੰਤਰੀ ਗਵਰਨਰਸ ਗੈਲਰੀ ਦੇ ਵਿੱਚ ਬੈਠੇ ਸਨ ਜਦੋਂ ਬਜਟ ਪੜ੍ਹਿਆ ਜਾ ਰਿਹਾ ਸੀ। ਐਰਕੀ ਕੋਈ ਦਿੱਲੀ ਦਾ ਮੰਤਰੀ ਉੱਥੇ ਨਹੀਂ। ਸੋ ਦਿੱਲੀ ਦਾ ਜ਼ਿਕਰ ਇਸ ਬਜਟ ਦੇ ਵਿੱਚ ਮਿਸਿੰਗ ਸੀ। ਇਸ ਬਜਟ ਨੂੰ ਸਰਕਾਰ ਨੇ ਆਮ ਲੋਕਾਂ ਦਾ ਬਜਟ ਦੱਸਿਆ। ਅੱਜ ਜਿਹੜੇ ਇਸ਼ਤਿਹਾਰ ਦਿੱਤੇ ਗਏ ਨੇ ਅਖਬਾਰਾਂ ਦੇ ਵਿੱਚ, ਵੈਸੇ ਤਾਂ ਮੇਰੇ ਹਿਸਾਬ ਨਾਲ ਪੈਸੇ ਦੀ ਬਰਬਾਦੀ ਆ। ਪੇਜ 1 ਦੇ ਇਸ਼ਤਿਹਾਰ ਅਖਬਾਰਾਂ ਦੇ ਖੁਸ਼ ਹੋਣਗੀਆਂ, ਟੀਵੀ ਦੇ ਉੱਤੇ ਵੀ ਉਹਨਾਂ ਨੂੰ ਲੋਕਾਂ ਦਾ ਬਜਟ ਇਹ ਦੱਸਿਆ ਵਾ, ਆਮ ਲੋਕਾਂ ਦਾ ਬਜਟ ਦੱਸਿਆ। ਵੈਸੇ ਪੈਸੇ ਦੀ ਬਰਬਾਦੀ ਹੈ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕਰਨੀ। ਕੁਝ ਇਮੀਡੀਏਟ ਰਿਐਕਸ਼ਨ ਆਏ, ਆਪੋਜੀਸ਼ਨ ਤੇ ਰਿਐਕਸ਼ਨ ਆਏ ਆ। ਇਸ ਬਜਟ ਦੇ ਵਿੱਚ ਯੂਨੀਵਰਸਿਟੀਆਂ ਵਾਸਤੇ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਹੜੇ ਮਾਲਵਾ ਦੇ ਬਹੁਤੇ ਸਟੂਡੈਂਟ ਵਿਦਿਆਰਥੀ ਪੜ੍ਹਦੇ ਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਇੱਕ ਇੰਟਰ ਸਟੇਟ ਕਾਰਪੋਰੇਟ ਬਾਡੀ ਆ, ਪੰਜਾਬ ਸਰਕਾਰ ਉਹਨੂੰ ਪੈਸਾ ਦਿੰਦੀ ਆ। ਵੈਸੇ UGC ਤੋਂ ਵੀ ਗ੍ਰਾਂਟ ਉਹਨੂੰ ਕਾਫੀ ਆਉਂਦੀ ਆ। PIU, ਇਹ ਸਾਰੀਆਂ ਯੂਨੀਵਰਸਿਟੀ ਨੂੰ ਮਿਲਾ ਕੇ 990 ਕਰੋੜ ਰੱਖਿਆ ਗਿਆ ਸੀ। ਲੇਕਿਨ ਕੱਲ੍ਹ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੀ ਬਜਟ ਤੋਂ ਬਾਅਦ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਕਿਵੇਂ ਜਿਹੜਾ ਸਾਨੂੰ ਪੈਸਾ ਚਾਹੀਦਾ ਸੀ ਉਹਨਾਂ ਪੈਸਾ ਨਹੀਂ ਮਿਲਿਆ। ਸਾਡਾ 200 ਕਰੋੜ ਆਉਂਦਾ ਸੀ ਬਜਟ ਦੇ ਵਿੱਚ ਹਰ ਸਾਲ, ਐਰਕੀ ਸਿਰਫ 164 ਕਰੋੜ ਆਇਆ। ਅਸੀਂ ਤਨਖਾਹਾਂ ਕਿਵੇਂ ਦੇਣੀਆਂ ਵਾ? ਤਨਖਾਹਾਂ ਜਿਹੜੀਆਂ ਅਮਾਊਂਟ ਦੀ ਸੈਲਰੀ ਬਿੱਲ ਹੁਣ 360 ਕਰੋੜ ਤੋਂ 400 ਕਰੋੜ ਹੋ ਗਿਆ ਔਰ ਕਰਜ਼ਾ ਆਲਰੇਡੀ 150 ਕਰੋੜ ਦਾ ਯੂਨੀਵਰਸਿਟੀ ਦੇ ਉੱਪਰ ਹੈ। ਉਹਨਾਂ ਗਿਲਾ ਕੀਤਾ ਕਿ ਇਹ ਯੂਨੀਵਰਸਿਟੀ ਸਾਡਾ ਵਾਸਤੇ ਕੰਮ ਚਲਾਉਣਾ ਜਿਹੜਾ ਵਾ ਉਹ ਕਾਫੀ ਮੁਸ਼ਕਲ ਹੋਵੇਗਾ। ਲੇਕਿਨ ਇਸ ਬਜਟ ਦੇ ਵਿੱਚ 3 ਚੀਜ਼ਾਂ ਦੇ ਉੱਤੇ ਡੈਫੀਨੇਟਲੀ ਫੋਕਸ ਹੈ। ਇਸ ਗੱਲੋਂ ਪਹਿਲਿਆਂ ਬਜਟ ਨਾਲੋਂ ਇਹ ਵੱਖਰਾ ਵਾ। ਐਜੂਕੇਸ਼ਨ, ਸਿਹਤ ਸੇਵਾਵਾਂ ਤੇ ਐਗਰੀਕਲਚਰ, ਸਿੱਖਿਆ ਤੇ ਸਿਹਤ ਸੇਵਾਵਾਂ। ਹੈਲਥ ਦੇ ਉੱਤੇ ਜਿਹੜਾ ਪੈਸਾ ਦਿੱਤਾ ਗਿਆ ਪਿਛਲੇ ਸਾਲ ਨਾਲੋਂ 11% ਵੱਧ। ਸਕੂਲਾਂ ਕਾਲਜਾਂ ਦੀ 17,000 ਕਰੋੜ ਦਿੱਤਾ ਗਿਆ, ਪਿਛਲੇ ਨਾਲੋਂ 12% ਵੱਧ। ਤੇ ਐਗਰੀਕਲਚਰ ਵਾਸਤੇ 20% ਵੱਧ ਪੈਸਾ ਦਿੱਤਾ ਗਿਆ। ਵਿਭਿੰਨਤਾ ਦਾ
ਵੱਲ ਖਾਸ ਧਿਆਨ ਦਿੱਤਾ ਜਾਏਗਾ। 1000 ਕਰੋੜ ਰੁਪਈਆ ਡਾਈਵਰਸੀਫਿਕੇਸ਼ਨ ਵਿਭਿੰਨਤਾ ਲਈ ਰੱਖਿਆ ਗਿਆ। ਪੁਲਿਸ ਨੂੰ ਪਿਛਲੇ ਸਾਲ ਨਾਲੋਂ 10-11% ਜ਼ਿਆਦਾ ਪੈਸਾ ਦਿੱਤਾ ਗਿਆ। ਵੈਸੇ ਪਤਾ ਨਹੀਂ ਇਹ ਕਿਉਂ ਦਿੱਤਾ ਵਾ, ਮੇਰਾ ਆਪਣਾ ਮੰਨਣਾ ਵਾ ਕਿ ਕੇਂਦਰ ਸਰਕਾਰ ਨੇ ਪੈਸਾ ਪੁਲਿਸ ਵਾਸਤੇ ਦੇ ਹੀ ਦੇਣਾ ਸੀ, ਸੋ ਆਪਣਾ ਪੈਸਾ ਕਿਉਂ ਇਹਦੇ ਲਈ ਖਰਚਣਾ ਸੀ। ਸੋ ਕਈ ਚੀਜ਼ਾਂ ਇਹਦੇ 'ਚ ਆਈਆਂ ਵਾ। ਕਿੰਨੀਆਂ ਕੁ ਇਹ ਵਾਕਈ ਪੰਜਾਬ ਦੀ ਤਰੱਕੀ ਵਾਸਤੇ ਚੀਜ਼ਾਂ ਅਨਾਊਂਸ ਕੀਤੀਆਂ ਗਈਆਂ, ਕਿੰਨੀਆਂ ਕਿ ਲਾਗੂ ਹੋਣਗੀਆਂ। 20,000 ਕਰੋੜ ਰੁਪਈਆ ਸਬਸਿਡੀ ਵਾਸਤੇ ਕਿਹਾ ਗਿਆ ਕਿ ਸਬਸਿਡੀਆਂ ਜਿਹੜੀਆਂ ਦਿੱਤੀਆਂ ਬਿਜਲੀ ਮੁਫਤ ਵਗੈਰਾ ਵਗੈਰਾ ਜਿਹੜੀਆਂ ਵਾ ਉਹਨਾਂ ਵਾਸਤੇ ਰੱਖਿਆ ਗਿਆ ਵਾ। ਸੋ 20,000 ਕਰੋੜ ਰੁਪਈਆ ਇਹਦੀ ਵੀ ਕਾਫੀ ਲੋਕੀ ਆਲੋਚਨਾ ਕਰ ਰਹੇ ਨੇ ਕਿ ਠੀਕ ਹੈ ਮੁਫਤਖੋਰੀਏ ਦੇ ਐਲਾਨ ਤੁਸੀਂ ਕਰ ਤੇ ਦਿੱਤੇ, ਪਰ ਇਹਦੇ ਨਾਲ ਬਿਜਲੀ ਬੋਰਡ ਦਾ ਕੀ ਹਾਲ ਹੋਵੇਗਾ। ਦੇਖਦੇ ਹਾਂ ਸਾਡੇ ਅੱਜ ਵੇਲੇ ਕਾਲਰ ਅੱਜ ਵੇਲੇ ਮਸਲਿਆਂ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ। ਇਹ ਬਜਟ ਪਿਛਲੇ ਸਾਲ ਨਾਲੋਂ ਕਿਵੇਂ ਵੱਖਰਾ ਵਾ, ਪਹਿਲੀਆਂ ਸਰਕਾਰਾਂ ਨਾਲੋਂ ਕਿਵੇਂ ਵੱਖਰਾ। ਵਿਲ ਟੇਕ ਦੀ ਫਸਟ ਕਾਲ। ਹੈਲੋ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਬਲਦੇਵ ਸਿੰਘ ਬੋਲ ਰਿਹਾ ਜੀ। ਹਾਂਜੀ ਸ਼ੀਨਾ ਸਾਹਿਬ। ਹਾਂਜੀ ਸ਼ੀਨਾ ਸਾਹਿਬ। ਹਾਂਜੀ ਸੰਧੂ ਸਾਹਿਬ, ਇਸ ਤਰ੍ਹਾਂ ਆ ਵੀ ਜਿਹੜਾ ਬਜਟ ਹੁੰਦਾ ਆ ਇਹ ਮਤਲਬ ਕਾਫੀ ਆਸਾਂ ਹੁੰਦੀਆਂ ਨੇ ਗਰੀਬਾਂ ਦੀਆਂ ਵੀ, ਤੇ ਉਸ ਤੋਂ ਇਲਾਵਾ ਜਿਹੜੇ ਆਮ ਬੰਦਾ ਉਹਦੇ ਵਾਸਤੇ ਵੀ ਜੀ। ਤੇ ਜਿੱਦਾਂ ਤੁਸੀਂ ਦੱਸਿਆ ਕਿ ਦੋ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਹਰ ਲੋਕ ਵਾਸਤੇ ਬਹੁਤ ਜ਼ਰੂਰੀ ਆ, ਜਿਹੜੀਆਂ ਕਿ ਪਹਿਲੀ ਹੈਗੀ ਐਜੂਕੇਸ਼ਨ ਤੇ ਉਸ ਤੋਂ ਬਾਅਦ ਹੈਗੀ ਹੈਲਥ ਵਾਲੀ, ਠੀਕ ਨੇ। ਹੁਣ ਕਿਉਂਕਿ ਅਸੀਂ ਇੱਥੇ ਹੁਣ ਬਾਹਰ ਅਮਰੀਕਾ ਰਹਿੰਦੇ ਆ ਤੇ ਇੱਥੇ ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਉਹਦਾ ਜ਼ੋਰ ਦਿੱਤਾ ਜਾਂਦਾ ਆ ਕਿ ਬੱਚਿਆਂ ਦੀ ਜਿਹੜੀ 10+2 ਤੱਕ ਜਿਹੜੀ ਐਜੂਕੇਸ਼ਨ ਆ ਉਹ ਬਿਲਕੁਲ ਇੱਥੇ ਫ੍ਰੀ ਆ, ਉਹਦੇ ਉੱਤੇ ਕੋਈ ਖਰਚਾ ਨਹੀਂ ਹੁੰਦਾ। ਹਰ ਗੱਲ ਮਤਲਬ ਫੀਸਾਂ ਫ੍ਰੀ ਨੇ, ਕਿਤਾਬਾਂ ਉਹ ਮਿਲਦੀਆਂ ਸਕੂਲਾਂ ਵੱਲੋਂ ਮਿਲਦੀਆਂ। ਉਸ ਤੋਂ ਇਲਾਵਾ ਜਿਹੜਾ ਆਉਣ ਜਾਣ ਦੇ ਸਾਧਨ ਨੇ, ਬੱਸਾਂ ਨੇ, ਉਹ ਮਤਲਬ ਸਾਰੀਆਂ ਸਕੂਲਾਂ ਦੀਆਂ ਨੇ, ਗੌਰਮੈਂਟ ਦੀਆਂ ਨੇ। ਉਸ ਤੋਂ ਇਲਾਵਾ ਜਿਹੜਾ ਵੇਖੋ ਜਦੋਂ ਇੱਥੇ ਤਕਰੀਬਨ ਇੱਕ ਹੱਦ ਆ ਕਿ ਅਗਰ ਉਹਨੇ ਜਿਸ ਤਰ੍ਹਾਂ ਮਤਲਬ 15 ਜਾਂ 16,000 ਡਾਲਰ ਜਦੋਂ ਸਾਡੀ ਆਮਦਨ ਜਿਹੜੀ ਘੱਟ ਆ ਤੇ ਸਾਨੂੰ ਮਤਲਬ ਜਿਹੜੀਆਂ ਨੇ ਬਹੁਤ ਸਾਰੀਆਂ ਰਿਸੋਰਸ ਜਿਹੜੀਆਂ ਉਹ ਫ੍ਰੀ ਮਿਲਦੀਆਂ। ਉਸ ਤੋਂ ਬਾਅਦ ਜਦੋਂ 65 ਸਾਲ ਦੇ ਅਸੀਂ ਹੋ ਜਾਂਦੇ ਆ ਤਾਂ ਫਿਰ ਸਾਡਾ ਸਾਰਾ ਇਲਾਜ ਜਿਹੜਾ ਤਕਰੀਬਨ ਆ ਉਹ ਫ੍ਰੀ ਆ। ਕੁਝ % ਅਸੀਂ 5-10% ਅਸੀਂ ਦਵਾਈ ਦੇ ਪੈਸੇ ਦਿੰਦੇ ਆ, ਕੋ ਪੇਮੈਂਟ, ਬਾਕੀ ਸਾਰੀ ਫ੍ਰੀ ਆ। ਸੋ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ। ਬਾਕੀ ਜਿਹੜੀ ਬੀਬੀਆਂ ਵਾਸਤੇ ਇਹਨਾਂ ਨੇ ਐਲਾਨ ਕੀਤਾ ਸੀ, ਕਿਉਂਕਿ ਜਿਹੜੀ ਇਹਨਾਂ ਨੂੰ ਮਤਲਬ 92 ਸੀਟਾਂ ਮਿਲੀਆਂ ਨੇ ਉਹਦੇ ਵਿੱਚ ਬੀਬੀਆਂ ਦਾ ਬਹੁਤ ਜ਼ਿਆਦਾ ਰੋਲ ਸੀ, ਔਰ ਬੀਬੀਆਂ ਨੇ ਜਿਹੜਾ 1000 ਰੁਪਏ ਲਾਲਚ ਵਿੱਚ ਇਹਨਾਂ ਨੂੰ ਕਾਫੀ ਵੋਟ ਪਾਈ ਸੀ। ਤੇ ਚਾਹੀਦਾ ਇਹਨਾਂ ਨੂੰ ਇਹ ਸੀ ਵੀ ਕੁਛ ਨਾ ਕੁਛ ਉਹਨਾਂ ਨੂੰ ਦਿੰਦੇ, ਚਲੋ 1000 ਨਹੀਂ ਦਿੰਦੇ ਤੇ ਕਮ ਸੇ ਕਮ ਉਹਨਾਂ ਨੂੰ 800 ਦਿੰਦੇ, 700 ਦਿੰਦੇ, 500 ਦਿੰਦੇ, ਇਹਨਾਂ ਜ਼ਰੂਰ ਕੁਛ ਨਾ ਕੁਛ ਦਿੰਦੇ। ਕੁਝ ਹੋਰ ਪਹਿਲਾਂ ਇਹਨਾਂ ਨੇ ਉਹਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਕਿ ਅਸੀਂ ਇੰਨੇ ਪੈਸੇ ਸਾਨੂੰ ਮਤਲਬ ਆਮਦਨ ਹੋਣੀ ਆ। ਜਿਸ ਤਰ੍ਹਾਂ ਹੁਣ ਅਜੇ ਵੀ ਜਿਹੜੀ ਚੋਰੀ ਹੈਗੀ ਆ ਰੇਤ ਦੀ ਜਾਂ ਹੋਰ ਮਿੱਟੀ ਦੀ, ਉਹ ਅਜੇ ਇਹਨਾਂ ਕੋਲ ਅਜੇ ਇਹਨਾਂ ਕੋਲ ਰੁਕੀ ਨਹੀਂ ਹੈਗੀ। ਜਿਹੜੇ ਸਾਧਨ ਇਹਨਾਂ ਦੇ ਹੈਗੇ ਆਮਦਨ ਦੇ, ਉਹ ਇਹਨਾਂ ਦੇ ਕੋਲ ਜਿਹੜੇ ਤੇ ਹੈਗੇ ਨੇ ਉਹਨਾਂ ਨੂੰ ਵੀ ਉਹਨਾਂ ਤੇ ਕੰਟਰੋਲ ਨਹੀਂ ਹੈਗਾ, ਔਰ ਇਹਨਾਂ ਨੇ ਹੋਰ ਜਿਹੜੇ ਸਾਧਨ ਨੇ ਵਧਾਏ ਨੇਗੇ। ਜਿੱਥੋਂ ਤੱਕ ਦੱਸਿਆ ਤੁਹਾਂ ਵੀ ਜਿਹੜਾ ਕਰਜ਼ਾ ਆ ਉਹ ਤਕਰੀਬਨ ਇਹਨਾਂ ਨੇ ਕਾਫੀ ਵੱਧ ਚੁੱਕਾ ਆ, ਮਤਲਬ 3.5 ਲੱਖ ਤੋਂ 3.5 ਲੱਖ ਚੱਲ ਗਿਆ ਹੈ। ਤੇ ਜੇ ਅਸੀਂ ਕਰਜ਼ਾ ਲੈ ਕੇ ਤੇ ਕੋਈ ਚੀਜ਼ ਆਪਣਾ ਕੰਮ ਕਰਨਾ ਤੇ ਮੈਂ ਸਮਝਦਾ ਵੀ ਫਿਰ ਤਾਂ ਉਹ ਠੀਕ ਲੱਗਦਾ, ਕਿਉਂਕਿ ਸਾਨੂੰ ਚਾਹੀਦਾ ਕਿ ਅਸੀਂ ਆਮਦਨ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਜਿਹੜੇ ਚੋਰੀ ਹੋ ਰਹੀ ਆ ਜਾਂ ਜਿਹੜੇ ਅਸੀਂ ਹੋਰ ਥੋੜੇ ਵਧਾਈਏ ਤਾਂ ਕਿ ਜਿਹੜੇ ਲੋਕਾਂ ਨੇ ਬਜਟਾਂ ਦੇ ਵਾਅਦੇ ਕੀਤੇ ਆ ਉਹਨਾਂ ਨੂੰ ਅਸੀਂ ਪੂਰੇ ਕਰ ਸਕੀਏ। ਜੀ ਥੈਂਕ ਯੂ ਵੈਰੀ ਮਚ। ਮਿਹਰਬਾਨੀ। ਬਾਕੀ ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਤੇ ਜੁੜ ਵੀ ਗਏ ਨੇ। ਦਵਿੰਦਰ ਲੋਪੋ, ਇੰਦਰਜੀਤ ਸਿੰਘ ਉਮਰਪੁਰੀ, KPT ਮੁਲਤਾਨੀ, ਲਾਲ ਸਿੰਘ ਲਾਲੀ ਬੁਢਲਾਡਾ, ਇਹਨਾਂ ਦੇ ਕਮੈਂਟਸ ਤੁਸੀਂ ਫੇਸਬੁੱਕ ਤੇ ਦੇਖ ਸਕਦੇ। ਇੰਦਰਜੀਤ ਸਿੰਘ ਉਮਰਪੁਰੀ ਦਾ ਰੋਜ਼ ਵਾਂਗੂ ਸਭ ਤੋਂ ਪਹਿਲਾ ਡਿਟੇਲਡ ਕਮੈਂਟ ਆ, ਉਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਉਹ ਬੜਾ ਸੋਚ ਸਮਝ ਕੇ ਵਿਚਾਰ ਕੇ ਆਪਣਾ ਕਮੈਂਟ ਲਿਖਦੇ ਆ। ਉਹਨਾਂ ਦਾ ਕਹਿਣਾ ਵਾ ਕਿ ਪਹਿਲੀਆਂ ਸਰਕਾਰਾਂ ਤੋਂ ਜ਼ਿਆਦਾ ਸਿਹਤ, ਸਿੱਖਿਆ, ਖੇਤੀਬਾੜੀ ਤੇ ਲੋਕਾਂ ਦੀ ਸੁਰੱਖਿਆ ਲਈ ਪੈਸਾ ਰੱਖਿਆ। ਪੰਜਾਬ ਵਿੱਚ ਨਵੇਂ ਕਾਲਜਾਂ ਦੀ ਲੋੜ ਨਹੀਂ, ਉਹ ਪੈਸਾ ਸਕੂਲਾਂ ਤੇ ITIs ਤੇ ਦੇ ਸਟੈਂਡਰਡ ਨੂੰ ਪ੍ਰਾਈਵੇਟ ਅਦਾਰਿਆਂ ਦੇ ਮੁਕਾਬਲੇ ਦਾ ਬਣਾਉਣ ਲਈ ਖਰਚਣ ਦੀ ਲੋੜ ਆ। ਜੇਕਰ ਸਰਕਾਰ ਚੋਰ ਮੋਰੀਆਂ ਰਾਹੀਂ ਕੋਈ ਨਵਾਂ ਟੈਕਸ ਨਹੀਂ ਲਾਉਂਦੀ ਤਾਂ ਬਜਟ ਨੂੰ ਚੰਗਾ ਹੀ ਕਿਹਾ ਜਾ ਸਕਦਾ। ਚੋਰ ਮੋਰੀਆਂ ਤਾਂ ਹੀ ਟੈਕਸ ਲਾਉਂਦੀਆਂ ਰਹੀਆਂ ਸਰਕਾਰਾਂ, ਪਹਿਲੀਆਂ ਸਰਕਾਰਾਂ ਵੀ, ਤੇ ਇਹ ਵੀ ਲਾ ਰਹੇ ਆ। ਤੁਸੀਂ ਵੇਖਿਆ ਹੀ ਆ ਕਿ 6 ਹਫ਼ਤੇ ਪਹਿਲਾਂ ਪੈਟਰੋਲ ਤੇ ਡੀਜ਼ਲ ਤੇ 90 ਪੈਸੇ ਪਰ ਲੀਟਰ ਦਾ ਸੈਸ ਆਲਰੇਡੀ ਲਾਤਾ ਵਾ। ਸੋ ਇਸ ਕਰਕੇ ਇਹਨੂੰ ਟੈਕਸ ਫ੍ਰੀ ਕੀਤਾ। ਪਿਛਲੀ ਬਜਟ ਵੀ ਟੈਕਸ ਫ੍ਰੀ ਸੀ, ਪਰ ਮਹੀਨਾ ਪਹਿਲਾਂ 6 ਹਫ਼ਤੇ ਪਹਿਲਾਂ ਪੈਟਰੋਲ ਤੇ ਡੀਜ਼ਲ ਤੇ ਸੈਸ ਆਲਰੇਡੀ ਲਾ ਦਿੱਤਾ ਵਾ। ਸੋ ਇਹ ਚੋਰ ਮੋਰੀਆਂ ਥਾਣੀ ਜਿਹੜੇ ਟੈਕਸ ਲਾਉਂਦੀਆਂ ਸਰਕਾਰਾਂ ਪਹਿਲਾਂ ਵੀ ਲਾਉਂਦੀਆਂ ਤੇ ਇਹ ਵੀ ਲਾ ਰਹੀਆਂ ਵਾ। ਸੋ ਉਸ ਗੱਲੋਂ ਇਹ ਵੀ ਸਰਕਾਰ ਉਸੇ ਤਰ੍ਹਾਂ ਹੀ ਆ। ਔਰ ਹਰ ਸਰਕਾਰ ਜਦੋਂ ਪਹਿਲੇ ਸਾਲ ਦਾ ਬਜਟ ਪੇਸ਼ ਕਰਦੀਆਂ ਵਾ, ਜਿਵੇਂ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ ਕੀਤਾ ਵਾ, ਤੇ ਉਦੋਂ ਉਹ ਵਾਈਟ ਪੇਪਰ ਜਾਰੀ ਕਰਦੀਆਂ, ਵਿੱਤੀ ਹਾਲਤ ਦੇ ਬਾਰੇ ਦੱਸਦੀਆਂ ਵੀ ਪੁਰਾਣੀਆਂ ਸਰਕਾਰਾਂ ਨੇ ਕਿਵੇਂ ਬਰਬਾਦੀ ਕੀਤੀ। ਇਸ ਸਰਕਾਰ ਨੇ ਵੀ ਇਹੋ ਹੀ ਕੀਤਾ ਸੀ, ਵਾਈਟ ਪੇਪਰ ਪਿਛਲੇ ਸਾਲ ਜਾਰੀ ਕੀਤਾ। ਲੇਕਿਨ ਇਸ ਸਾਲ ਆਪ ਹੀ ਦੱਸਤਾ ਵੀ ਅਸੀਂ ਇੰਨਾ ਕਰਜ਼ਾ ਲਿਆ ਵਾ ਤੇ ਇੰਨਾ ਕਰਜ਼ਾ ਅਸੀਂ ਲਵਾਂਗੇ।
ਸੋ ਉਹੀ ਗੱਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਉਹੀ ਗੱਲਾਂ ਇਹ ਸਰਕਾਰ ਕਰ ਰਹੀ ਆ। ਲੇਕਿਨ ਇਹ ਜ਼ਰੂਰ ਆ ਵੀ ਇਹਨਾਂ ਦਾ ਥੋੜ੍ਹਾ ਜਿਹਾ ਫੋਕਸਡ ਕਲੀਅਰ ਲੱਗਦਾ, ਖੇਤੀਬਾੜੀ, ਸਿੱਖਿਆ ਤੇ ਸਿਹਤ ਸੇਵਾਵਾਂ ਤੇ ਪੁਲਿਸ, ਇਹਨਾਂ 3-4 ਚੀਜ਼ਾਂ ਦੇ ਉੱਤੇ ਫੋਕਸ ਜ਼ਿਆਦਾ ਲੱਗਦਾ ਵਾ। ਪ੍ਰਵੇਸ਼ ਪ੍ਰਹਾਰ ਦਾ ਕਮੈਂਟ ਆ ਕਿ ਅਸਲੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਗਾ ਬਜਟ ਬਣਾਉਣਾ ਕਾਫੀ ਔਖਾ ਵਾ। ਬਹੁਤ ਕੰਮ ਕਰਨ ਦੀ ਲੋੜ ਆ ਆਪਣੇ ਰੈਵਨਿਊ ਰਿਸੋਰਸਿਸ ਨੂੰ ਵਧਾਉਣ ਵਾਸਤੇ, ਕਿਉਂਕਿ ਜਿਹੜਾ ਕਰਜ਼ਾ ਲਿਆ ਵਾ ਉਹ ਕਰਜ਼ਾ ਜਿਹੜਾ ਵਾ ਉਹ ਵਾਪਸ ਕਰਨ ਦੇ ਵਿੱਚ, ਡੈਟ ਸਰਵਿਸਿੰਗ ਦੇ ਵਿੱਚ ਬਹੁਤ ਪੈਸਾ ਚਲਾ ਜਾਂਦਾ ਵਾ। ਆਲਮੋਸਟ 50-60 ਹਜ਼ਾਰ ਕਰੋੜ ਜਿਹੜਾ ਵਾ ਉਹ ਡੈਟ ਸਰਵਿਸਿੰਗ ਦੇ ਵਿੱਚ ਹੀ ਹਰ ਸਾਲ ਚਲਾ ਜਾਂਦਾ ਵਾ। ਲਖਬੀਰ ਸਿੰਘ, ਲਾਲ ਸਿੰਘ, ਲਾਲੀ ਬੁਢਲਾਡਾ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਫੇਸਬੁੱਕ ਦੇ ਉੱਪਰ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਮੈਂ ਇਹ ਬਾਈਕ ਨੂੰ ਹਾਂਜੀ, ਦਲਜੀਤ ਸੰਧੂ ਬੋਲ ਰਹੇ? ਵੱਖਰਾ ਨਹੀਂ ਦਲਜੀਤ ਸੰਧੂ ਬੋਲ ਰਹੇ? ਉਦਾਂ ਦਾ ਹੀ ਹੈ ਜਿਹੜਾ 5 ਸਾਲ ਮੰਨ ਲਓ ਕਿ ਕਾਂਗਰਸ ਬਾਈਕ ਪਾਸ ਕਰਦੀ ਰਹੀ ਜਾਂ ਪਹਿਲਾਂ ਕਾਂਗਰਸ ਕਰਦੇ ਰਹੇ, ਉਹ 5 ਸਾਲ ਇਹ ਕਾਂਗਰਸ ਵਾਲੇ ਬਾਈਕ ਪਾਸ ਕਰਦੇ ਰਹੇ ਤੇ ਇਹ ਆਦੇ ਰਹੇ ਵੀ ਬਿਲਕੁਲ ਨਿਕੰਮਾ ਬਜਟਿਆ, ਤੇ ਹੁਣ ਇਹ ਆ ਗਏ ਤੇ ਉਹ ਆਦੇ ਬਿਲਕੁਲ ਨਿਕੰਮਾ। ਮੈਨੂੰ ਦੱਸੋ ਫਿਰ ਫਰਕ ਕੀ ਰਹਿ ਗਿਆ? ਕੋਈ ਚਲਾਵੇ ਤੇ ਫੇਰ ਹੀ ਹੈ ਨਾ, ਵਿਰੋਧੀ ਫਿਰ ਵੀ ਸੁਣਾਉਣ ਵੀ ਠੀਕ ਹੈ, ਕੁਝ ਤਾਂ ਫਰਕ ਪਿਆ ਤੇ ਫੇਰ ਆ। ਇਹਨਾਂ 5 ਸਾਲ ਦੇ 5 ਸਾਲ ਹੀ ਆਖਿਆ ਵੀ ਨਾ ਬਿਲਕੁਲ ਨਿਕੰਮਾ ਇਹਨਾਂ ਨੂੰ ਪੇਸ਼ ਕਰਨ ਦੀ ਜਾ, ਜਦੋਂ ਅਸੀਂ ਜਾਵਾਂਗੇ ਸਹੀ ਕਰਾਂਗੇ। ਹੁਣ ਇਹ ਆਏ ਉਹ ਆਦੇ ਆ। ਤੇ ਰਹੀ ਗੱਲ ਵੀ ਬਜਟ ਦੇ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਜਾਂ ਕੋਈ ਰਹਿਣ ਸਹਿਣ ਕੇਂਦਰੀ ਬਜਟਾਂ ਨਾਲ ਜਾਂ ਸਟੇਟ ਦੇ ਬਜਟਾਂ ਨਾਲ ਮੈਨੂੰ ਨਹੀਂ ਜਾਪਦਾ ਵੀ ਥੱਲੇ ਫਰਕ ਏਡਾ ਜ਼ਿਆਦਾ ਚੇਂਜ ਆਉਂਦੀ ਆ। ਤੇ ਜੇ ਕਿਸੇ ਅਸਰ ਹੁੰਦਾ ਹੋਵੇ ਤੇ ਗੱਲ ਵੱਖਰੀ ਆ। ਤੇ ਦੂਜਾ ਮੈਂ ਇੱਕ ਵੇਖਿਆ ਵੀ ਇਹਦੇ ਚ ਕਾਬਲੀਅਤ ਕੋਈ ਮੈਨੇ ਨਹੀਂ ਰੱਖਦਾ ਵੀ ਜਿਹੜਾ ਸਾਡਾ ਵਿੱਤ ਮੰਤਰੀ ਆ ਉਹ ਕਿੱਡਾ ਅਰਥ ਸ਼ਾਸਤਰੀ ਆ ਜਾਂ ਕੀ ਹੈ ਜਾਂ ਕੀ ਨਹੀਂਗਾ। ਆ ਜਿਹੜੇ ਤੁਸੀਂ ਫੋਟੋ ਵਿਖਾ ਰਹੇ ਜੇ ਨਾ, 2 ਫੋਟੋ ਆ ਰਹੀਆਂ ਨੇ ਬਜਟ ਦੀਆਂ ਜਿਹੜੀਆਂ ਬਜਟ ਦਾ ਜਿਹੜਾ ਪਲੰਦਾ ਵਾ, ਇੱਕ ਤਾਂ ਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਿਖਾ ਰਹੇ ਨੇ ਤੇ ਦੂਜੀ ਤਾਂ ਵੀ ਮੁੱਖ ਮੰਤਰੀ ਵਿੱਤ ਮੰਤਰੀ ਫੋਟੋ ਕਰਵਾ ਰਹੇ ਨੇ। ਤੇ ਉਹਦੇ ਬਾਰ-ਬਾਰ ਗਣੇਸ਼ ਵਗਿਆ, ਉਹਦੇ ਵਿੱਚ ਵਿੱਤ ਮੰਤਰੀ ਇਸ਼ਾਰਾ ਦੇ ਗਿਆ ਸੀ ਸਾਰਾ ਕੁਝ ਹੋ ਜਾਊਗਾ ਜੇ ਗਣੇਸ਼ ਮਹਾਰਾਜ ਦੀ ਕਿਰਪਾ ਕਰਨਗੇ, ਟੈਨਸ਼ਨ ਨਾ ਲਓ, ਆਸ ਤੱਕੋ। ਜਦੋਂ ਗਣੇਸ਼ ਮਹਾਰਾਜ ਦੀ ਕਿਰਪਾ ਹੋਈ, ਲక్ష్ਮੀ ਦੀ ਕਿਰਪਾ ਹੋਈ ਤੇ ਸਾਰਾ ਕੁਝ ਹੋ ਜਾਊਗਾ। ਬਾਹਰਲੇ ਬੰਨੇ ਹੋ ਗਿਆ ਵਾ, ਆਪਦੀ ਕਾਬਲੀਅਤ ਕੋਈ ਨਹੀਂ। ਧੰਨਵਾਦ। ਮਿਹਰਬਾਨੀ। ਇੰਜ ਲੱਗ ਰਿਹਾ ਵਾ ਵੀ ਸਾਰੇ ਬਜਟ ਜਿਹੜੇ ਨੇ ਇਹ ਅਫਸਰ ਹੀ ਬਣਾਉਂਦੇ ਆ, ਕੋਈ ਥੋੜੀ ਬਹੁਤ ਟਿੰਕਰਿੰਗ ਜਿਹੜੇ ਨੇ ਵਿੱਤ ਮੰਤਰੀ ਕਰਦੇ ਆ, ਔਰ ਕਿਉਂਕਿ ਅਫਸਰ ਬਣਾਉਂਦੇ ਆ ਸੋ ਕਰੀਬ ਸਾਰੇ ਬਜਟ ਇੱਕੋ ਜਿਹੇ ਲੱਗਦੇ ਆ, ਔਰ ਫਿਰ ਵਾਅਦੇ ਬੜੇ ਹੋ ਜਾਂਦੇ ਆ, ਰੈਵਨਿਊ ਟਾਰਗੇਟ ਫਿਕਸ ਹੋ ਜਾਂਦੇ ਆ, ਪਰ ਉਹ ਰੈਵਨਿਊ ਟਾਰਗੇਟ ਕਦੀ ਵੀ ਪੂਰੇ ਨਹੀਂ ਹੋਏ। ਇਹ ਵੀ ਚੀਜ਼ ਦੇਖੀ ਗਈ ਹੈ। ਇਹਦੇ 'ਚ ਬਜਟ ਦੇ ਵਿੱਚ ਨਵੇਂ ਕਾਲਜਾਂ ਦੀ ਗੱਲ ਕੀਤੀ ਗਈ। 11 ਨਵੇਂ ਕਾਲਜ, 2 ਤੇ ਮੈਡੀਕਲ ਕਾਲਜ ਹੈ ਜਿਹੜੇ ਸ਼ੁਰੂ ਹੋਣੇ ਇਸ ਸਾਲ ਹੁਸ਼ਿਆਰਪੁਰ ਤੇ ਕਪੂਰਥਲਾ, ਲੇਕਿਨ 11 ਡਿਗਰੀ ਕਾਲਜ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਆ। ਮੇਰਾ ਖਿਆਲ ਇਹ ਫਜ਼ੂਲ ਖਰਚੀ ਹੋਊਗੀ, ਕਿਉਂਕਿ ਜਿਹੜੇ ਬਹੁਤ ਸਾਰੇ ਕਾਲਜ ਆਲਰੇਡੀ ਹੈਗੇ ਆ ਉਹ ਬੰਦ ਹੋਣ ਦੇ ਕਗਾਰ ਤੇ ਉੱਤੇ, ਕਿਉਂਕਿ ਸਟੂਡੈਂਟਸ 10+2 ਤੋਂ ਬਾਅਦ ਬਾਹਰਲੇ ਮੁਲਕਾਂ ਜਾਣ ਲੱਗ ਪਏ ਆ। ਸੋ ਇਸ ਕਰਕੇ ਨਵੇਂ ਕਾਲਜ ਸੋਚ ਸਮਝ ਕੇ ਖੋਲ੍ਹਣੇ ਚਾਹੀਦੇ ਆ, ਔਰ ਉਹਦੇ ਨਾਲੋਂ ਜ਼ਿਆਦਾ ITIs ਦੇ ਉੱਤੇ ਪੈਸਾ ਲਾਉਣ ਦੀ ਲੋੜ ਹੈ, ਤਾਂ ਕਿ ਸਕਿੱਲਸ, ਮਾਹਰਤਾ ਉਹਨਾਂ ਚੀਜ਼ਾਂ 'ਚ ਦੇ ਸਕੋ ਜਿਨ੍ਹਾਂ ਦੀ ਬਾਹਰਲੇ ਮੁਲਕਾਂ 'ਚ ਲੋੜ ਹੈ। ਜੇ ਬਾਹਰਲੇ ਮੁਲਕਾਂ ਲਈ ਜਾਣਾ ਵਾ ਲੋਕਾਂ ਨੂੰ, ਤਾਂ ਉਹਨਾਂ ਨੂੰ ਬੈਟਰ ਤਿਆਰ ਕਰਕੇ ਭੇਜੋ। ਫਿਰ ਹਾਂ, ਜੇ ਇੱਥੇ ਰਹਿ ਜਾਣ ਤਾਂ ਬਹੁਤ ਵਧੀਆ ਵਾ। ਉਹਦੇ ਲਈ ਤੁਸੀਂ ਜਿਹੜੇ ਐਂਟਰਪ੍ਰੀਨਿਓਰਸ਼ਿਪ ਪ੍ਰੋਗਰਾਮ ਜਿਹੜਾ ਇੱਕ ਰੱਖਿਆ ਵਾ, 30-40 ਕਰੋੜ ਰੁਪਈਆ ਉਹਦੇ ਲਈ ਦਿੱਤਾ ਵਾ, 2000 ਰੁਪਏ ਦੀ ਸੀਡ ਮਨੀ ਹਰ ਸਟੂਡੈਂਟ ਨੂੰ 11ਵੀਂ ਤੋਂ ਬਾਅਦ ਦਿੱਤੀ ਜਾਊਗੀ ਜਿਹੜਾ ਕੋਈ ਨਵਾਂ ਆਪਣਾ ਸਟਾਰਟਅਪ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦਾ। ਮੇਰਾ ਖਿਆਲ ਉਹ ਬਹੁਤ ਕਮਜ਼ੋਰ ਪ੍ਰੋਗਰਾਮ ਹੈ। ਉਹਦੇ ਨਾਲ ਮੇਰਾ ਨਹੀਂ ਖਿਆਲ ਕਿ ਲੋਕੀ ਬਾਹਰ ਜਾਣ ਤੋਂ ਗੁਰੇਜ਼ ਕਰਨਗੇ ਔਰ ਇੱਥੇ ਰਹਿ ਕੇ ਆਪਣਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰਨਗੇ। ਮਿਸਕੀ ਗੁਪਤਾ ਦਾ ਕਮੈਂਟ ਆਇਆ, ਜੇਕਰ ਇਸ ਤਰ੍ਹਾਂ ਕਰਜ਼ੇ ਲੈਂਦੇ ਰਹੇ ਤਾਂ ਪਾਕਿਸਤਾਨ ਵਾਂਗ ਕੇਂਦਰ ਦੀਆਂ ਸ਼ਰਤਾਂ ਤੇ ਜੂਣਾ ਹੋਵੇਗਾ, ਕੇਂਦਰ ਦੀ ਹਰ ਸ਼ਰਤ ਮੰਨਣੀ ਪਵੇਗੀ। ਮਿਸਕੀ ਗੁਪਤਾ ਦਾ ਬੜਾ ਸਟਰੋਂਗ ਕਮੈਂਟ ਆ। ਹਰਦੀਪ ਸਿੰਘ ਸੋਢੀ ਨੇ ਕਿਹਾ, ਸਬਸਿਡੀਆਂ ਵਾਸਤੇ ਪੈਸਾ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਜ਼ਾ ਦੇਣੀ ਹੈ। ਦੂਜੇ ਪਾਸੇ ਬਜਟ ਦੀ ਮਸ਼ਹੂਰੀ ਉੱਤੇ ਪੈਸਾ ਰੋੜਨ ਦੀ ਕੀ ਲੋੜ ਹੈ। ਇਹ ਹਰਦੀਪ ਸਿੰਘ ਸੋਢੀ ਦਾ ਕਮੈਂਟ ਹੈ। ਜਸਵਿੰਦਰ ਸੰਧੂ ਕਹਿ ਰਹੇ ਨੇ, ਜਦੋਂ ਸਰਕਾਰ ਹੀ ਅਫਸਰ ਚਲਾਉਂਦੇ ਤਾਂ ਬਜਟ ਵੀ ਅਫਸਰ ਹੀ ਤਿਆਰ ਕਰਨਗੇ, ਪਰ ਪੇਸ਼ ਵਿੱਤ ਮੰਤਰੀ ਕਰਨਗੇ ਔਰ ਕਰਦੇ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ੍ਰੀ ਅਕਾਲ ਸ਼ੇਰ ਸਿੰਘ ਜੀ।
ਹਾਂਜੀ ਸੰਧੂ ਸਾਹਿਬ, ਮੈਂ ਤਾਂ ਇੱਕੋ ਹੀ ਗੱਲ ਮੈਂ ਮਿੰਟ 'ਚ ਹੀ ਮੁਕਾ ਦੂੰਗਾ। ਹਾਂ ਤੇ ਮੈਂ ਤਾਂ ਕਹਿੰਦਾ ਇਹ ਸਰਕਾਰ ਵੀ ਕਹਿੰਦੀ ਆ ਵੀ ਚਲੋ ਹਰ ਸਰਕਾਰਾਂ ਹੀ ਕਹਿੰਦੀਆਂ ਜਦੋਂ ਬਜਟ ਪੇਸ਼ ਕਰਦੀਆਂ ਵੀ ਲੋਕ ਪੱਕੀ ਆ, ਹਰ ਵਰਗ ਦਾ ਖਿਆਲ ਰੱਖਿਆ, ਹਾਂ ਤੇ ਵਿਰੋਧੀ ਧਿਰਾਂ ਇਹ ਕਹਿੰਦੀਆਂ ਵੀ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਹਾਂ ਪਰ ਜੇ ਤਾਂ ਮੈਂ ਕਹੂੰਗਾ ਇਹ ਵੱਖਰਾ ਹੋਊਗਾ ਜਿਹੜਾ ਆਪਾਂ ਪਿੱਛੇ ਦੇਖਦੇ ਆਏ ਆ, ਸਰਕਾਰਾਂ ਕਹਿੰਦੀਆਂ ਰਹੀਆਂ ਸਵਾਏ ਇੱਕ ਦੋ ਚੀਜ਼ਾਂ ਤੋਂ, ਇੱਕ ਮੁਕਤਖੋਰੀ ਦੀ ਦਾਲ ਆਪਣੀ ਜਿਹੜੀ ਦਾਲ ਪਾਣੀ ਵੰਡਿਆ ਜਾਂਦਾ, ਜਾਂ ਬਿਜਲੀ ਦੇ ਬਿੱਲ ਮੋਟਰਾਂ ਦੇ ਕਰਤੇ, ਇਹਨਾਂ ਨੇ ਬਿਜਲੀ ਦਾ ਕਰਤਾ, ਇਹਨਾਂ ਤੋਂ ਸਵਾਏ ਕੀ ਸਾਡੀ ਖੇਤੀ 'ਚ ਸੁਧਾਰ ਆ ਗਿਆ? ਅਸੀਂ ਪਾਣੀ ਕਿੱਥੇ ਲੈ ਗਏ? ਧਰਤੀ ਨੂੰ ਅਸੀਂ ਪੋਲਿਊਟ ਕਰ ਲਿਆ, ਪਾਣੀ ਕਰ ਲਿਆ, ਹਵਾ ਕਰ ਲਈ, ਫਿਰ ਉਦਯੋਗ ਬਾਹਰ 'ਚ ਰਹਿ ਗਿਆ। ਦੂਜੇ ਨੰਬਰ ਤੇ ਸਕੂਲ ਜਿਹੜੇ ਅਸੀਂ ਕਿੱਥੇ ਲੈ ਗਏ? ਸਿੱਖਿਆ ਜਿਹੜੇ ਸਰਕਾਰੀ ਸਕੂਲ ਉਹਨਾਂ ਨੂੰ ਅਸੀਂ ਕਿੱਥੇ ਲਿਆ ਕੇ ਖੜਾ ਕਰ ਲਿਆ? ਸਾਡੇ ਬੱਚੇ ਆਈਲੈਟਸ ਕਰ ਕਰਕੇ ਬਾਹਰ ਭੱਜੇ ਜਾ ਰਹੇ, ਕਾਲਜ ਤੇ ਯੂਨੀਵਰਸਿਟੀਆਂ ਬੰਦ ਹੋਣ ਦੇ ਕਦਾਰ ਤੇ ਖੜੀਆਂ। ਸਿਹਤ ਸਹੂਲਤਾਂ ਕਿੱਥੇ ਚਲੀਆਂ ਗਈਆਂ ਸੰਧੂ ਸਾਹਿਬ? ਜਿਹੜੇ ਕਿ ਅੱਜ ਕੱਲ 2-4 ਵੱਡੇ ਹਸਪੀਟਲ ਆ ਪੰਜਾਬ 'ਚ, CMC ਲੈ ਲਓ ਜਾਂ PG, ਉਹਨਾਂ ਦੀ ਲੁੱਟ ਤੋਂ ਬਿਨਾਂ ਲੋਕਾਂ ਕੋਲੇ ਕੋਈ ਹੈ ਚੁਆਇਸ? ਫਿਰ ਤੁਸੀਂ ਲੈ ਲਓ ਮਾਲ ਜਾਣ ਦੀ ਰਾਖੀ ਕਿੰਨੀ ਕੁ ਹੈਗੀ ਹੈ ਸੰਧੂ ਸਾਹਿਬ? ਹਰ ਇੱਕ ਕਿੰਨੇ ਕੁ ਬੰਦੇ ਜਿਹੜੇ ਸਰੀਨਾ ਸਕਰ ਹਰ ਰੋਜ਼ ਦੰਗੇਬਾਜ਼ੀ ਹੁੱਲੜਬਾਜ਼ੀ ਵੱਧਦੀ ਜਾ ਰਹੀ ਹੈ। ਆਮ ਪਬਲਿਕ ਦਾ ਕੰਮ ਹਰਾਸਮੈਂਟ ਤੋਂ ਬਿਨਾਂ ਨਹੀਂ ਹੋ ਰਿਹਾ, ਭਾਵੇਂ ਵੱਖਰੇ ਤਰੀਕੇ ਬਦਲ ਗਏ, ਆਪਾਂ ਦੇਖ ਰਹੇ ਹਾਂ ਸਾਰਾ ਕੁਛ ਅਸੀਂ ਵੀ, ਸਾਨੂੰ ਵੀ ਪਤਾ ਮਤਲਬ ਵਾਹ ਪੈਂਦਾ ਹੈ। ਪਰ ਜੇ ਇਹ ਗੱਲਾਂ ਸੰਧੂ ਸਾਹਿਬ ਨਹੀਂ ਹੋਣੀਆਂ ਤੇ ਨਾ ਹੋਈਆਂ, ਦੇਖਣ ਨੂੰ ਚੰਗਾ ਲੱਗਦਾ। ਜੇ ਤਾਂ ਆਹ 4-5 ਜਿਹੜੇ ਖੇਤਰ ਆ ਇਹਨਾਂ ਸੁਧਾਰ ਆ ਗਿਆ, ਅਸੀਂ ਮੰਨ ਲਾਂਗੇ ਵਾਕਿਆ ਲੋਕ ਪੱਖੀ ਹੈ ਤੇ ਦੂਜਿਆਂ ਨਾਲ ਵੱਖਰਾ, ਤੇ ਨਹੀਂ ਤਾਂ ਮੈਂ ਸਿੰਪਲ ਜਿਹੇ ਵਰਡ ਜੀ ਕਹੂੰਗਾ ਬਾਬੇ ਦਾ ਠੋਲੂ ਹੈ। ਬਸ ਸਿੱਧੀ ਗੱਲ। ਮਿਹਰਬਾਨੀ ਬਾਬੇ ਦਾ ਠੋਲੂ। ਖੈਰ ਇੱਕ ਮੈਂ ਚੀਜ਼ ਹੋਰ ਵੇਖੀ ਆ ਕਿ ਕਈ ਵਾਰ ਬਜਟ ਦੇ ਵਿੱਚ ਅਸੀਂ ਬਹੁਤ ਆਪਣੇ ਜਿਹੜੇ ਵਿਮਸ ਐਂਡ ਫੈਂਸੀਜ਼ ਆ ਉਹਨਾਂ ਨੂੰ ਅਸੀਂ ਤਰਜੀਹ ਦਿੰਦੇ ਹਾਂ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਜਿਹਨਾਂ ਦੀ ਲੋੜ ਨਹੀਂ। ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਨੇ ਅਨਾਊਂਸ ਕੀਤਾ ਸੀ ਅਸੀਂ ਜੀ ਮੈਂਡਰਿਨ ਸਿਖਾਵਾਂਗੇ, ਚਾਈਨੀਜ਼ ਲੈਂਗੁਏਜ ਲੋਕਾਂ ਨੂੰ ਸਿਖਾਵਾਂਗੇ। ਵੀ ਦੱਸੋ ਕਿਹਨ ਮੰਗ ਕੀਤੀ ਸੀ ਚਾਈਨੀਜ਼ ਲੈਂਗੁਏਜ ਸਿਖਾਉਣ ਦੀ ਲੋੜ ਹੈ ਇੱਥੇ ਤੁਸੀਂ ਚੰਗੀ ਪੰਜਾਬੀ ਕਿਸੇ ਨੂੰ ਤੇ ਅੰਗਰੇਜ਼ੀ ਪੜ੍ਹਾ ਦਿਓ, ਔਰ ਜੇ ਇੰਡੀਆ 'ਚ ਕਿਤੇ ਕੰਮ ਕਰਨਾ ਤੇ ਹਿੰਦੀ ਪੜ੍ਹਾ ਦਿਓ, ਤੇ ਮੇਰੇ ਖਿਆਲ ਬਹੁਤ ਆ। ਚਾਈਨੀਜ਼, ਫਰੈਂਚ, ਸਪੈਨਿਸ਼ ਸਿਖਾਉਣ ਦੀ ਕਿੰਨੀ ਕੁ ਲੋੜ ਆ? ਜਿਹਨਾਂ ਲੋਕਾਂ ਨੇ ਸਿੱਖਣੀ ਆ ਉਹ ਤੇ ਸਿੱਖ ਹੀ ਲੈਣਗੇ। ਇਸੇ ਤਰ੍ਹਾਂ ਹੁਣ ਇਹਦੇ 'ਚ ਕਿਹਾ ਗਿਆ ਵਾ ਕਿ ਅਸੀਂ ਅੱਗੇ ਤੁਸੀਂ ਸੇਬ ਖਾਣ ਲਈ ਜਾਂ ਸੇਬ ਖਰੀਦਣ ਦੀ ਤੁਹਾਨੂੰ ਹਿਮਾਚਲ ਜਾਂ ਕਸ਼ਮੀਰ ਵੱਲ ਵੇਖਣਾ ਪੈਂਦਾ ਸੀ, ਹੁਣ ਅਸੀਂ ਪੰਜਾਬ 'ਚ ਸੇਬਾਂ ਦੇ ਬਾਗ ਲਾਵਾਂਗੇ। ਉਹ ਪਤਾ ਨਹੀਂ ਸੇਬਾਂ ਦੇ ਬਾਗ ਇੱਥੇ ਲੱਗਣਗੇ ਕੀ, ਇੱਥੇ ਕਿੰਨਾ ਕੁ ਕਾਮਯਾਬ ਹੋਣਗੇ, ਕਿੰਨਾ ਕਿ ਸਾਡਾ ਵੈਦਰ ਪਰਮਿਟ ਕਰਦਾ ਵਾ ਇਹਨਾਂ ਨੂੰ। ਇਹਦੇ ਨਾਲੋਂ ਜਿਹੜੇ ਸਾਡੇ ਇੱਥੇ ਕੀਨੋ ਜਾਂ ਲੀਚੀਆਂ ਜਾਂ ਸਾਡੇ ਜਿਹੜੇ ਫਲ ਫਰੂਟ ਹੁੰਦੇ ਆ ਆਲਰੇਡੀ ਪੰਜਾਬ 'ਚ ਹੁੰਦੇ ਆ, ਆਪਾਂ ਉਹਨਾਂ ਨੂੰ ਕਿਉਂ ਨਹੀਂ ਬੜਾਵਾ ਦਿੰਦੇ? ਸੋ ਕਈ ਵਾਰ ਇਹੋ ਜਿਹੀਆਂ ਮੇਰੇ ਹਿਸਾਬ ਨਾਲ ਉਹ ਗੱਲਾਂ ਬਜਟ ਦੇ ਵਿੱਚ ਕਰ ਜਾਂਦੇ ਆ ਵਿੱਤ ਮੰਤਰੀ, ਜਿਹੜੀ ਕਿਸੇ ਨਾ ਕਿਸੇ ਦੀ ਵਿਮਸ ਐਂਡ ਫੈਂਸੀਜ਼ ਦੇ ਮੁਤਾਬਕ ਹੁੰਦੀਆਂ ਵਾ, ਜਿਨ੍ਹਾਂ ਦੀ ਵਾਕਈ ਲੋੜ ਨਹੀਂ। ਔਰ ਹੁਣ ਜਿਵੇਂ ਨਵੇਂ ਕਾਲਜਾਂ ਦੀ ਗੱਲ ਕੀਤੀ ਹੈ, ਇਹੋ ਹੀ ਪੈਸਾ ਆਪਾਂ ਨਵੇਂ ਕਾਲਜਾਂ ਦੀ ਖੋਲ੍ਹਣ ਦੀ ਬਜਾਏ ਜੇ ਯੂਨੀਵਰਸਿਟੀਆਂ ਦੇ ਦਈਏ, ਜਿਹੜੀਆਂ ਚੱਲ ਰਹੀਆਂ ਯੂਨੀਵਰਸਿਟੀਆਂ ਐਟਲੀਸਟ ਉਹ ਚੱਲ ਸਕਣ। ਹੁਣ ਵੇਖਿਆ ਹੀ ਤੁਸੀਂ ਪੰਜਾਬੀ ਯੂਨੀਵਰਸਿਟੀ ਦਾ ਕੀ ਹਾਲ ਹੈ। ਕੱਲ੍ਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਖੁੱਲ੍ਹੇਆਮ ਸ਼ਰੇਆਮ ਲਾਈਵ ਹੋ ਕੇ ਦੱਸਿਆ ਜੀ ਸਾਨੂੰ ਅਸੀਂ ਤਾਂ ਬਰਬਾਦ ਹੋ ਜਾਵਾਂਗੇ ਜਿਸ ਤਰ੍ਹਾਂ ਇਹਨਾਂ ਨੇ ਸਾਡਾ ਪੈਸੇ ਦੀ ਕਟੌਤੀ ਕਰਤੀ ਹੈ। ਕਰੀਬ ਆਲਮੋਸਟ 35-40 ਕਰੋੜ ਰੁਪਈਆ ਅੱਗੇ ਨਾਲੋਂ ਕੱਟ ਦਿੱਤਾ ਵਾ। ਵਧਣਾ ਚਾਹੀਦਾ ਪੈਸਾ, ਲੇਕਿਨ ਅੱਗੇ ਨਾਲੋਂ ਵੀ ਪੈਸਾ ਕੱਟ ਦਿੱਤਾ ਵਾ। ਔਰ ਉਹਦਾ ਕਰਜ਼ਾ ਜਿਹੜਾ ਵਾ ਹਾਲੀ ਵੀ ਉਸੇ ਤਰ੍ਹਾਂ ਹੀ ਆ। ਹਾਲਾਂਕਿ ਭਗਵੰਤ ਮਾਨ ਜਿੰਨਾ ਕੁ ਕਾਲਜ ਗਏ ਆ, ਉਹ ਸ਼ਾਇਦ ਇੱਕ ਅੱਧਾ ਸਾਲ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਕਾਲਜ 'ਚ ਵੀ ਲਾਇਆ ਵਾ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਦੇਖਦੇ ਹਾਂ ਅਗਲੇ ਕਾਲਰ ਇਸ ਬਜਟ ਦੇ ਉੱਪਰ ਕੀ ਟਿੱਪਣੀ ਕਰਨੀ ਚਾਹੁੰਦੇ। ਇੱਕ ਹੋਰ ਕਾਲ ਲੈ ਕੇ ਫਿਰ ਮੈਂ ਛੋਟੀ ਜੀ ਬ੍ਰੇਕ ਲਊਂਗਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਸੰਧੂ ਸਾਹਿਬ ਤੁਹਾਡਾ ਤਕਰੀਬਨ 20-25 ਮਿੰਟ ਪ੍ਰੋਗਰਾਮ ਲੰਘ ਗਿਆ। ਇੱਕ ਬਹੁਤ ਵਧੀਆ ਕਮੈਂਟ ਤੁਹਾਡਾ, ਆਪਣਾ ਕਾਬਲੇ ਤਾਰੀਫ, ਐਨ ਸੁਨਹਿਰੀ ਅੱਖਰਾਂ 'ਚ ਲਿਖਣ ਵਾਲਾ। ਕਿਉਂਕਿ ਸਾਨੂੰ ਤਾਂ ਕਿਸੇ ਨੇ ਕਹਿ ਦੇਣਾ ਕਾਂਗਰਸੀ ਆ, ਕਿਸੇ ਨੇ ਕਹਿ ਦੇਣਾ ਅਕਾਲੀ ਆ, ਕਿਸੇ ਨੇ ਕਹਿ ਦੇਣਾ ਭਾਜਪਾਈ ਆ, ਮਤਲਬ ਕਾਲਰਾਂ ਦੇ ਉੱਤੇ ਤੇ ਠੱਪਾ ਲੱਗਣਾ ਹੀ ਹੁੰਦਾ। ਔਰ ਹਾਂ ਵੀ ਕੋਈ ਅਸੀਂ ਇਹਦੇ 'ਚ ਚੋਰੀ ਵੀ ਨਹੀਂ ਕਰਦੇ। ਪਰ ਜਿਹੜਾ VC ਹੁੰਦਾ ਨਾ, VC ਇੱਕ ਬੜੀ ਸਤਿਕਾਰਯੋਗ ਹਸਤੀ ਹੁੰਦੀ ਆ ਜੀ, ਔਰ ਬੁੱਧੀਜੀਵੀ ਹੁੰਦਾ। ਕੋਈ ਮੇਰੇ ਵਰਗੇ ਥੋੜਾ VC ਲਾਉਂਦੇ ਆ ਜੀ, ਔਰ ਉਹ ਇੱਕ ਸਾਂਝਾ ਮਾਂਝਾ ਬੰਦਾ ਹੁੰਦਾ ਜੀ। ਮੇਰਾ ਖਿਆਲ ਆ ਵੀ ਅੱਜ ਦਾ ਪ੍ਰੋਗਰਾਮ ਆਪਾਂ ਸਾਰਾ ਸੁਣ ਲਈਏ ਤੇ ਇੱਕ BC ਪੰਜਾਬੀ ਯੂਨੀਵਰਸਿਟੀ ਵਾਲੇ ਦੀ ਕਿਹਾ, ਜਿਹੜਾ ਉਹਨੇ ਮੱਥੇ ਤੇ ਹੱਥ ਧਰਿਆ ਵੀ ਸਾਨੂੰ ਕੀ ਦਿੱਤਾ। ਮੇਰਾ ਖਿਆਲ ਆ ਵੀ ਬਜਟ ਦਾ ਰਿਜ਼ਲਟ ਉਹਨਾਂ ਕੱਢ ਕੇ ਰੱਖ ਦਿੱਤਾ VC ਸਾਹਿਬ ਦੇ ਬਿਆਨ ਨੇ ਜੀ। ਠੀਕ ਹੈ ਨਾ ਜੀ। ਵੇਖੋ, ਜਿਹੜੀ ਤੁਸੀਂ ਕਹਿੰਦੇ ਹੋ ਵੀ ਕਪੂਰ
ਕਪੂਰਥਲੇ ਨੂੰ ਤੇ ਹੁਸ਼ਿਆਰਪੁਰ ਨੂੰ ਅਸੀਂ ਆਹ ਦਿੱਤਾ, ਅਸੀਂ ਉਹ ਦਿੱਤਾ। ਕਪੂਰਥਲੇ ਨੇ ਇਹਨਾਂ ਨੇ ਕੀ ਦੇਣੇ ਵੀ 4 ਸੀਟਾਂ ਨੇ, ਇਹਨਾਂ ਦੀਆਂ 4 ਹੀ ਕਾਂਗਰਸ ਕੋਲ ਨੇ। ਕਪੂਰਥਲੇ ਨੂੰ ਤੇ ਐਂ ਵੇਖਦੇ ਜਿੱਦਾਂ ਭੇਡ ਬਰੂ ਨੂੰ ਵੇਖਦੀ ਆ। ਉਹ ਨਹੀਂ ਜੀ, ਉੱਥੇ ਕਹਿੰਦੇ ਮੈਡੀਕਲ ਕਾਲਜ ਸ਼ੁਰੂ ਕਰ ਰਹੇ ਉੱਥੇ। ਸਰ ਜੀ ਮੈਡੀਕਲ ਕਾਲਜ ਕੀ ਤੁਸੀਂ ਕਰਨਾ ਹੈ? ਮਤਲਬ ਉਹ ਜਨਾਨੀ ਕਹਿੰਦੀ ਆ ਮੈਨੂੰ ਨੱਥ ਖੜਾ ਦੇ, ਉਹ ਕਹਿੰਦਾ ਮੈਂ ਤੇਰਾ ਨੱਕ ਵਢਾਉਣ ਨੂੰ ਫਿਰਦਾ, ਤੂੰ ਨੱਥ ਕਢਾਉਣ ਨੂੰ ਲੱਭਦੀ ਆ। ਕਪੂਰਥਲੇ ਹਸਪੀਟਲ 'ਚ CT ਸਕੈਨ ਹੈ ਨੀ ਗੀ, MRI ਦਾ ਸਿਸਟਮ ਹੈ ਨੀਗਾ, ਟਰਾਮਾ ਸੈਂਟਰ ਹੈ ਨੀਗਾ। ਉਹ ਉੱਥੇ ਹੁਣ ਸਭ ਕੁਝ ਆ ਜਾਣਾ ਜੀ, ਮੈਡੀਕਲ ਕਾਲਜ ਆ ਰਿਹਾ ਵਾ ਉੱਥੇ। ਆ ਜਾਣਾ ਨਾ ਆ ਨਹੀਂ ਨਾ ਗਿਆ। ਆ ਜਾਣੇ ਨੂੰ ਤਾਂ ਖਰੇ ਮਤਲਬ ਕੱਲ ਨੂੰ ਉਥੋਂ ਰਸਗੁੱਲਿਆਂ ਦਾ ਮੀਂਹ ਪੈਣ ਲੱਗ ਪਵੇ ਉੱਤੋਂ, ਆ ਜਾਣਾ ਹੀ ਆ ਨਾ। ਆਪਾਂ ਗਏ ਆਏ ਦੀ ਗੱਲ ਕਰੀਏ ਜੀ ਵੀ ਤੁਸੀਂ ਪਹਿਲਾਂ ਮੈਡੀਕਲ ਕਾਲਜ ਨਾਲ ਪਹਿਲੋਂ ਕਪੂਰਥਲੇ ਜ਼ਿਲ੍ਹੇ ਦੀਆਂ 4 ਸੀਟਾਂ ਨੇ ਨਾ ਕਰਦੇ ਆ, ਮਤਲਬ ਠੀਕ ਠਾਕ ਆਬਾਦੀ ਆ ਉਸਦੀ, ਤੇ ਤੁਸੀਂ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ CT ਸਕੈਨ ਦਿਓ, MRI ਦਿਓ, ਟਰਾਮਾ ਸੈਂਟਰ ਦਿਓ, ਲੇਟੈਸਟ ਮਤਲਬ ਜਿਹੜਾ ਆਪਰੇਸ਼ਨ ਥੀਏਟਰ ਦਿਓ। ਤੇ ਆਪਰੇਸ਼ਨ ਥੀਏਟਰ ਤੇ ਜਾਲੇ ਲੱਗੇ ਆ, ਮਰੀਜ਼ ਕਹਿੰਦਾ ਯਾਰ ਜੇ ਮੈਂ ਬਿਮਾਰੀ ਤੋਂ ਬਚ ਵੀ ਗਿਆ ਤੇ ਜਾਲਾ ਵਿੱਚ ਡਿੱਗ ਕੇ ਪੈ ਗਿਆ ਤੇ ਮੈਂ ਤੇ ਮਰਨਾ ਹੀ ਮਰਨਾ। ਜੀ ਕਿਹੜੀ ਤਰੱਕੀ ਦੀਆਂ ਗੱਲਾਂ ਕਰ ਰਹੇ ਆ? ਦੂਜੀ ਗੱਲ ਵੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ 11 ਕਾਲਜ ਨਾ ਖੋਲੇ, ਮੇਰੇ ਲਈ 11 ਨਾਲ ਲੰਬਾਈ ਖੋਲਣ, ਪਰ ਜਿਹੜੇ ਪਹਿਲੇ ਬਣੇ ਆ ਉਹਨਾਂ ਦੇ ਬੰਦ ਹੁੰਦਿਆਂ ਦੇ ਵਿੱਚ ਸਟਾਫ ਪੂਰਾ ਕਰਕੇ ਦੂਰੋਂ ਨੇੜਿਓਂ, ਮੈਂ ਕਹਿੰਦਾ ਵੀ ਇੱਕ ਕਾਲਜ ਨਡਾਲੇ ਆ, ਇੱਕ ਭਲਾਥਾ, ਦੋਵੇਂ ਬੰਦ ਹੋ ਰਹੇ ਆ। ਦੋਨੋਂ ਇੱਕ ਥਾਂ, ਤੀਜੀ ਥਾਂ ਰਾਮਗੜ੍ਹ ਜਾਂ ਫਲਾਣੀ ਥਾਂ ਨਵਾਂ ਖੋਲਣ ਨਾਲੋਂ ਤੁਸੀਂ ਉਹਨਾਂ 2 ਕਾਲਜਾਂ ਨੂੰ 2-2 ਬੱਸਾਂ ਲੈ ਦਿਓ ਵੀ ਨਿਆਣੇ 10-10 ਮੀਲਾਂ ਤੋਂ ਇਕੱਠੇ ਕਰਕੇ ਲੈ ਆਓ, ਇਹੋ ਹੀ ਦੋਵੇਂ ਚੱਲਦੇ ਰੱਖ ਲਓ। ਨਵਾਂ ਖੋਲ ਕੇ ਤੁਸੀਂ ਕੀ ਕਰਨਾ? ਬਿਲਕੁਲ, ਜਿਹੜੇ ਕਾਲਜ ਹੁੰਦੇ ਕੋਈ ਪ੍ਰਾਇਮਰੀ ਸਕੂਲ ਥੋੜਾ ਵੀ ਹਰ ਪਿੰਡ 'ਚ ਹੋਣਾ ਚਾਹੀਦਾ ਵਾ ਹੋਵੇ। ਅੱਛਾ ਅਗਲੀ ਗੱਲ ਸੁਣੋ, ਮੇਰੀ ਗੱਲ ਜਰਾ ਧਿਆਨ ਨਾਲ ਸੁਣਿਓ। ਇਹਨਾਂ ਨੇ ਉਰਦੂ ਭਾਸ਼ਾ ਨੂੰ ਬਚਾਉਣ ਵਾਸਤੇ ਮਲੇਰਕੋਟਲਾ ਦੀ ਕਿਸੇ ਉਰਦੂ ਅਕਾਡਮੀ ਨੂੰ 2 ਕਰੋੜ ਰੁਪਈਆ ਦਿੱਤਾ। ਹਾਂਜੀ 2 ਕਰੋੜ ਰੁਪਈਆ ਦਿੱਤਾ। ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਖੁਸ਼ੀ ਆ। ਮੈਂ ਆਪ ਉਰਦੂ ਸਿੱਖਣਾ ਚਾਹੁੰਦਾ, ਮਾੜਾ ਮੋਟਾ ਸਿੱਖਦਾ ਵੀ ਆ। ਮੈਨੂੰ ਬਹੁਤ ਖੁਸ਼ੀ ਹੈ। ਕੋਈ ਇਹ ਸੱਜਣ ਨਾ ਸਮਝੇ ਵੀ ਇਹਦੇ ਪੇਟ ਦਰਦ ਹੋਈ ਆ ਉੱਥੇ ਪੈਸਾ ਦੇਣ ਦੀ, ਚੰਗਾ ਕੀਤਾ। ਪਰ ਪੰਜਾਬੀ ਨੂੰ ਕੀ ਦਿੱਤਾ ਜੀ? ਓਕੇ, ਪੰਜਾਬੀ ਪੰਜਾਬ ਦੀ ਮਾਂ ਬੋਲੀ ਆ। ਇੱਕ ਮਤਲਬ ਇੱਕ ਬੜੀ ਵੱਡੀ 15 ਕਰੋੜ ਬੋਲਣ ਵਾਲਾ ਹੈਗਾ ਪੰਜਾਬ ਦਾ ਨਾਂ ਹੀ ਪੰਜਾਬੀ ਦੇ ਸਿਰ ਤੇ ਆ, ਤੇ ਪੰਜਾਬ ਨੂੰ ਤਾਂ ਤੁਸੀਂ ਦੀਵਾਨੀ ਨਹੀਂ ਦਿੱਤੀ। ਐਕਚੁਅਲੀ ਜਿਹੜੀ ਪੰਜਾਬੀ ਯੂਨੀਵਰਸਿਟੀ ਆ, ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਹੀ ਬਣੀ ਆ, ਪੰਜਾਬੀ ਲੈਂਗੁਏਜ ਦੇ ਉੱਤੇ ਬਣੀ ਆ, ਉਹਨੂੰ ਪੈਸਾ ਹੋਰ ਦੇਣ ਦੀ ਲੋੜ ਸੀ, ਕਿਉਂਕਿ ਪੰਜਾਬੀ ਤੇ ਜੇ ਸਭ ਤੋਂ ਵੱਧ ਕੰਮ ਹੋਇਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੀ ਹੋਇਆ ਵਾ। ਨਹੀਂ ਜੀ ਨਹੀਂ, ਉਹਨੂੰ ਵੀ ਮੈਂ ਉਹਦੀ ਮਨਾਹੀ ਨਹੀਂ ਕਰਦਾ, ਮੈਨੂੰ ਉਹਦਾ ਕੋਈ ਇਤਰਾਜ਼ ਨਹੀਂ, ਉੱਥੇ ਵੀ ਦਿਓ, ਲੇਕਿਨ ਪੰਜਾਬੀ ਵਾਸਤੇ ਵੈਸੇ ਵੀ ਦਿਓ। ਕੋਈ ਜ਼ਿਲ੍ਹਾਵਾਰ ਕੋਈ ਕਿਸੇ ਤਰੀਕੇ ਕੋਈ ਆਰਗੇਨਾਈਜੇਸ਼ਨਾਂ ਬਣਾਓ ਵੀ ਤੁਸੀਂ ਆਪਣੇ ਨਵੇਂ ਸੁਝਾਅ ਕੱਢੋ ਪੰਜਾਬੀ ਬਚਾਉਣ ਵਾਸਤੇ ਕੀ ਕੀਤਾ ਜਾ ਸਕਦਾ। ਇਹ ਥੋੜਾ ਵੀ ਤੁਸੀਂ ਬੋਰਡ ਦੇ ਉੱਤੇ ਰਈਏ ਨੂੰ ਰਾਰਾ ਪਾ ਕੇ ਤੇ 2 ਯਈਏ ਪਾ ਕੇ ਯਈਆ ਜਾ ਕਰਕੇ ਰਈਆ ਬਣਾ ਦਿੰਦੇ, ਉਹ ਪੰਜਾਬੀ ਆ? ਮਿਹਰਬਾਨੀ, ਥੈਂਕ ਯੂ। ਹਾਂਜੀ ਪੂਰੀ ਗੱਲ ਕਰ ਲਓ, ਫਿਰ ਮੈਂ ਬ੍ਰੇਕ ਲੈਣੀ। ਹਾਂਜੀ ਸੋਰੀ ਸਾਹਿਬ। ਯਾਰ ਨਾ ਭੱਠਾ ਪਾਉਂਦਾ ਪੰਜਾਬੀ ਦਾ। ਮਿਹਰਬਾਨੀ, ਥੈਂਕ ਯੂ ਸੋਰੀ ਸਾਹਿਬ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਦਿਲਜੀਤ ਸੰਧੂ ਦਾ ਕਮੈਂਟ ਹੈ ਕਿ ਬਜਟ ਦੇ ਹਿਸਾਬ ਨਾਲ ਫਿਰ ਕਣਕ ਵੱਢਣ ਤੋਂ ਮਗਰੋਂ ਸੇਬਾਂ ਦਾ ਬਾਗ ਲਾਉਣ ਦੀ ਤਿਆਰੀ ਕਰੀਏ। KPT ਮੁਲਤਾਨੀ ਕਹਿ ਰਹੇ ਨੇ ਜਿੰਨਾ ਚਿਰ ਸੇਬਾਂ ਦਾ ਬਾਗ ਵੱਡਾ ਹੋਣਾ, ਉਹਨੇ ਚਿਰ ਨੂੰ ਦੂਜੀ ਸਰਕਾਰ ਆ ਜਾਣੀ, ਉਹਨਾਂ ਕਹਿਣਾ ਸੇਬਾਂ ਨੂੰ ਕੱਟ ਕੇ ਸਫੈਦੇ ਲਾਓ। ਵਾਕਈ ਕੰਟੀਨਿਊਟੀ ਦੀ ਲੋੜ ਆ, ਔਰ ਇਹੋ ਜਿਹੇ ਪ੍ਰੋਜੈਕਟ ਲਿਆਉਣ ਤੋਂ ਪਹਿਲਾਂ ਹਾਊਸ ਦੇ ਵਿੱਚ ਵਿਚਾਰ ਕਰਨਾ ਚਾਹੀਦਾ ਵਾ। ਪ੍ਰੋਪਰ ਐਗਰੀਕਲਚਰ ਪਾਲਿਸੀ ਲਿਆਉਣ ਦੀ ਲੋੜ ਆ, ਪਾਲਿਸੀ ਤੇ ਵਿਚਾਰ ਹੋਣਾ ਚਾਹੀਦਾ ਵਾ, ਤਾਂ ਕਿ ਤੁਸੀਂ ਜੋ ਵੀ ਕਰੋ ਅਗਲੀ ਸਰਕਾਰ ਵੀ ਉਹਨੂੰ ਤਰਜੀਹ ਦੇਵੇ, ਉਹ ਉਹਨੂੰ ਲਾਗੂ ਰੱਖੇ, ਚਾਲੂ ਰੱਖੇ। ਇਹ ਨਾ ਹੋਵੇ ਕਿ ਤੁਸੀਂ ਆਦਰਸ਼ ਸਕੂਲ ਬਣਾਏ, ਉਸ ਤੋਂ ਬਾਅਦ ਅਗਲੀ ਸਰਕਾਰ ਨੇ ਬਣਾਤੇ ਮੈਰੀਟੋਰੀਅਸ ਸਕੂਲ ਤੇ ਤੁਸੀਂ ਹੁਣ ਲਾਤੇ ਸਕੂਲਸ ਆਫ ਐਮੀਨੈਂਸ, ਪਹਿਲੇ ਬੰਦ ਕਰਕੇ ਨਵੇਂ ਖੋਲੀ ਜਾਓ। ਸੋ ਇਹਦੇ ਨਾਲ ਗੱਲ ਨਹੀਂ ਬਣਦੀ। ਕੰਟੀਨਿਊਟੀ ਜਿਹੜੀ ਆ ਚੰਗੇ ਜਮਹੂਰੀਅਤ ਦੇ ਵਿੱਚ ਬਹੁਤ ਜ਼ਰੂਰੀ ਆ, ਤਾਂ ਕਿ ਪੈਸੇ ਦੀ ਬਰਬਾਦੀ ਨਾ ਹੋਵੇ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਬਜਟ ਦੀ, ਜਿਹੜਾ ਕੱਲ ਪੇਸ਼ ਹੋਇਆ ਵਾ। ਇਹ ਬਜਟ ਪਹਿਲੀਆਂ ਸਰਕਾਰਾਂ ਦੇ ਬਜਟ ਨਾਲੋਂ ਕਿਵੇਂ ਵੱਖਰਾ ਵਾ, ਪਿਛਲੇ ਸਾਲ ਦੇ ਬਜਟ ਨਾਲੋਂ ਕਿਵੇਂ ਵੱਖਰਾ ਵਾ, ਕੀ ਵਾਕਈ ਪੰਜਾਬ ਨੂੰ ਇਹ ਵਿਕਾਸ ਦੇ ਰਾਹ ਤੇ ਲੈ ਕੇ ਜਾਊਗਾ? ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ, ਹਾਂਜੀ ਭਾਈ ਸਾਹਿਬ, ਤੁਸੀਂ ਔਨ 에ਅਰ ਜੀ ਭਾਈ ਸਾਹਿਬ। ਟੀਵੀ ਨੂੰ ਹੌਲੀ ਕਰ ਦਿਓ ਤੇ ਫੋਨ ਤੇ ਆ ਜਾਓ। ਵੇਟ ਕਰ ਰਹੇ ਭਾਈ ਸਾਹਿਬ ਤੁਹਾਡੀ ਵੇਟ ਕਰ ਰਹੇ ਆ, ਆ ਜਾਓ ਫੋਨ ਤੇ।
ਅਗਲਾ ਕਾਲ ਲੈਂਦੇ ਆ। ਭਾਈ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਲੱਗਾ ਕਿ ਉਹ ਪੈਚ ਹੋ ਗਏ ਸੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਮੇਰੀ ਗੁਜ਼ਾਰਿਸ਼ ਹੈ ਸਾਡੀ ਆਪਣੀ ਟੀਮ ਨੂੰ ਕਿ ਮੈਨੂੰ ਪੈਚ ਕਰਨ ਤੋਂ ਪਹਿਲਾਂ ਜ਼ਰਾ ਆਪ ਗੱਲ ਕਰ ਲਿਆ ਕਰੋ ਕਿ ਅਸੀਂ ਤੁਹਾਨੂੰ ਹੁਣ ਪੈਚ ਕਰਨ ਲੱਗੇ ਹਾਂ, ਤਾਂ ਕਿ ਕਾਲਰ ਨੂੰ ਪਤਾ ਲੱਗ ਜਾਏ ਵੀ ਉਹ ਪੈਚ ਹੋਣ ਲੱਗੇ ਆ। ਕਈ ਵਾਰ ਕਾਲਰ ਇੰਨੀ ਦੇਰ ਤੋਂ ਵੇਟ ਕਰ ਰਹੇ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਹੁਣ ਪੈਚ ਹੋ ਗਿਆ। ਸੋ ਅਗਲੇ ਕਾਲਰ ਨੇ ਵੀ ਰਿਸਪੌਂਡ ਨਹੀਂ ਕੀਤਾ। ਹੁਣ ਅਸੀਂ ਤੀਜੀ ਕਾਲ ਵੱਲ ਵਧ ਰਹੇ ਹਾਂ। ਹੈਲੋ, ਤੀਜੇ ਕਾਲਰ ਵੀ ਨਹੀਂ ਬੋਲ ਰਹੇ। ਮੈਂ ਸਾਰੇ ਆਪਣੇ ਕਾਲਰਸ ਨੂੰ ਦੱਸਣਾ ਚਾਹੁੰਦਾ ਵਾਂ ਕਿ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆ ਗਏ ਹਾਂ। ਕਾਫੀ ਕਾਲਸ ਹੋਲਡ ਕਰ ਰਹੀਆਂ ਸੀ, ਸੋ ਅਸੀਂ ਇੱਕ ਇੱਕ ਕਰਕੇ ਹੁਣ ਕਾਲ ਲੈਣੀਆਂ ਸ਼ੁਰੂ ਕੀਤੀਆਂ ਵਾਂ। ਕਾਈਂਡਲੀ ਅਲਰਟ ਹੋ ਜਾਓ, ਜਦੋਂ ਤੁਸੀਂ ਪੈਚ ਹੋ ਜਾਓਗੇ ਤਾਂ ਫੋਨ ਤੇ ਆ ਜਾਓ, ਟੀਵੀ ਦਾ ਵੋਲਿਊਮ ਹੌਲੀ ਕਰਕੇ ਆਪਣੀ ਗੱਲ ਸਾਂਝੀ ਕਰੋ। ਵਿਲ ਟਰਾਈ ਐਂਡ ਟੇਕ ਦੀ ਨੈਕਸਟ ਕਾਲ ਨਾਓ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਲਾਲ ਸਿੰਘ ਬੋਲਦਾ ਜੀ। ਹਾਂਜੀ ਹਾਂਜੀ, ਲਾਲ ਸਿੰਘ ਜੀ, ਕਿੱਦਾਂ ਦਾ ਲੱਗਾ ਬਜਟ ਤੁਹਾਨੂੰ ਜਿਹੜਾ ਕੱਲ ਪੇਸ਼ ਕੀਤਾ? ਵੈਸੇ ਮਨਪ੍ਰੀਤ ਵਾਲੀ ਸ਼ਾਇਰੋ ਸ਼ਾਇਰੀ ਤਾਂ ਨਹੀਂ ਸੁਣਨ ਨੂੰ ਮਿਲੀ, ਪਰ ਉਹ ਕਹਿੰਦੇ ਆ ਵੀ ਇਹ ਬਜਟ ਜਿਹੜਾ ਵਾ ਵਾਕਈ ਵਿਕਾਸ ਪੱਖੀ ਆ। ਤੁਹਾਨੂੰ ਕੀ ਲੱਗਦਾ? ਜਿਹੜੇ ਆਰਥਿਕ ਪੱਖੋਂ ਘੁੰਮਣ ਸਿੰਘ ਨੇ ਜੀ ਮਾਹਰ, ਉਹਨਾਂ ਨੇ ਕਿਹਾ ਵੀ ਜਿਹੜਾ ਛੋਟਾ ਕਿਸਾਨ ਆ ਉਹਦੇ ਛੋਟੇ ਕਿਸਾਨ ਲਈ ਇਹਨਾਂ ਨੇ ਕੁਝ ਵੀ ਰੱਖਿਆ ਨਹੀਂ ਹੈਗਾ ਉਹਦੇ ਵਿੱਚ। ਅੱਛਾ, ਬਾਕੀ ਆਲਾ ਤਾਂ ਕਹੂਗਾ ਵੀ ਵਿਰੋਧੀ ਤਰ੍ਹਾਂ ਤੁਸੀਂ 8 ਮਿੰਟ ਦੀ ਵੀਡੀਓ ਆ ਸੁਖਪਾਲ ਸਿੰਘ ਖਹਿਰਾ ਦੀ, ਉਹਨੇ ਸਾਰਾ ਕੁਝ ਨਿਚੋੜ ਕੇ ਰੱਖਤਾ ਵੀ ਕੀ ਆ। ਪਰ ਮੈਂ ਆਪਦਾ ਸੁਝਾਅ ਇਹ ਦਿੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ, ਕਿਉਂਕਿ ਮੈਂ ਉਹਦਾ ਗਵਾਂਢੀ ਹੈਗਾ। ਮੈਂ 1.5 ਕਿਲੋਮੀਟਰ ਦੇ ਉਹਦੇ ਪਿੰਡ ਤੋਂ ਬੈਠਾਂਗਾ। ਅੱਛਾ ਜੀ। ਤੇ ਪਰ ਜਿਹੜੀ ਗੱਲ ਕਹਿੰਦੇ ਸੀ ਵੀ ਉਧਰ ਆਦੇ ਬਾਹਰਲੇ ਵਿਦੇਸ਼ਾਂ ਵਾਲੇ ਪੰਜਾਬ 'ਚ ਪੜ੍ਹਨ ਆਉਣਗੇ, ਉਹਨਾਂ ਵਾਸਤੇ ਕੀ ਰੱਖਿਆ ਬਜਟ ਦੇ ਵਿੱਚ, ਇਹ ਦੱਸਣਾ ਚਾਹੀਦਾ ਸੀਗਾ। ਓਕੇ, ਜੋ ਇਹ ਆਪਣੇ ਤਾਂ ਉਰੇ ਰੱਖਿਆ ਪਤੀ ਲੱਗ ਗਿਆ, ਸਾਰਾ ਕੁਝ ਸਾਫ਼ ਹੀ ਹੋ ਗਿਆ। ਛੋਟੇ ਕਿਸਾਨ ਨੂੰ ਤਾਂ ਕੁਛ ਹੀ ਨਹੀਂ ਫਾਇਦਾ ਹੋਣਾ ਉਹਦੇ ਵਿੱਚ, ਨਾ 1000 ਰੁਪਇਆ ਆਈ ਆ। ਵੀ ਜਿਹੜੇ ਨੇ ਆਪਾਂ ਨੇ ਵਿਦੇਸ਼ੀਆਂ ਨੇ ਇੱਥੇ ਪੜ੍ਹਨਾ, ਉਹਨਾਂ ਵਾਸਤੇ ਬਜਟ 'ਚ ਰੱਖਣਾ ਚਾਹੀਦਾ ਸੀ। ਇਹ ਮੈਂ ਆਪਦੇ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਗੱਲ ਪਹੁੰਚਾਉਣੀ ਚਾਹੁੰਦਾ। ਤੁਹਾਡੇ ਦੇ ਨੇੜੇ ਤੁਹਾਡੇ ਤੇ ਕਾਫੀ ਨੇੜੇ ਆ, ਉੱਥੋਂ ਗੱਲ ਪਹੁੰਚਾ ਦਿਓ ਨਾ ਉਹਨਾਂ ਦੇ ਘਰ ਤੱਕ। ਹਾਂਜੀ, ਜੇ ਮੈਂ ਸੰਧੂ ਸਾਹਿਬ ਪੁਰਾਣੀ ਤੁਹਾਨੂੰ ਗੱਲ ਕਰਾਂ, ਜਦੋਂ 1990 ਚ ਇਹ ਉਰੇ ਭਾਰਤ ਆਏ ਨੇ, ਉਹ ਟਾਈਮ ਵੀ ਇਹਨਾਂ ਦੇ ਮੁੱਖ ਮੰਤਰੀ ਤੇ ਰਿਹਾ। ਸੂਲਾਂ ਦੇ ਨਾਲ ਪੈਂਟ ਸਿਉਂਤੀ ਸੀ ਇਹਨਾਂ ਨੇ। ਅੱਛਾ, ਓਕੇ। ਹਾਂ, ਇੱਥੇ ਉਰੇ ਚੜਨ ਨਹੀਂ ਦਿੱਤਾ ਇਹਨਾਂ ਨੂੰ ਕਿਸੇ ਨੇ। ਉਰੇ ਟੂਰਨਾਮੈਂਟ ਹੋਏ ਤਾਂ ਪਿੰਡ ਦੇ ਸਰਪੰਚ ਨੇ ਕਹਿ ਕੇ ਚਾੜਿਆ ਵੀ ਆਪਣਾ ਗਵਾਂਢੀ ਮੁੰਡਾ ਜੀ ਉਹ ਗੋਭੀ ਦੀ ਕੱਚੀ ਵਪਾਰ ਦੀ ਗੀਤ ਗਾਉਂਦਾ ਹੁੰਦਾ ਸੀਗਾ, ਫੌਜੀ ਰੰਗੀ। ਇਹ ਟੁੱਟੇ ਜਿਹੇ ਸਾਈਕਲ ਤੇ ਆਇਆ। ਸਾਡਾ ਇੱਕ ਪੁਰਾਣਾ ਹਲੇ ਵੀ ਰਾਹ ਹੈਗਾ, ਉਹ ਸਤੌਜ ਪਿੰਡ ਨੂੰ ਜਾਂਦਾ। ਓਕੇ ਓਕੇ ਓਕੇ। ਤਾਂ ਉਹ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਦ ਰੱਖਣੀ ਚਾਹੀਦੀ। ਇਹ ਯਾਦ ਕਰਾਓ ਨਾ ਉਹਨਾਂ ਨੂੰ, ਫਿਰ ਯਾਦ ਕਰਾਓ ਤੇ ਫਿਰ ਉਹਨਾਂ ਨੂੰ ਆਪਣਾ ਸੁਝਾਅ ਵੀ ਦਿਓ। ਮਿਹਰਬਾਨੀ ਲਾਲ ਸਿੰਘ ਜੀ, ਥੈਂਕ ਯੂ। ਸਮੀਪ ਸਿੰਘ ਗੁਮਟਾਲਾ ਦਾ ਕਮੈਂਟ ਆ ਕਿ ਬਹੁਤ ਹੀ ਨਿਰਾਸ਼ਾ ਹੋਈ ਬਜਟ ਦੇਖ ਕੇ। ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਕੁਝ ਵੀ ਨਹੀਂ। ਇੰਜ ਜਾਪਦਾ ਵਾ ਭੁੱਲ ਗਏ ਅੰਮ੍ਰਿਤਸਰ ਪੰਜਾਬ ਵਿੱਚ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਕੋਈ ਫੰਡ ਨਹੀਂ। 8 ਸਾਲ ਹੋ ਗਏ ਕੇਂਦਰ ਸਰਕਾਰ ਵੱਲੋਂ ਹਾਰਟੀਕਲਚਰ ਸੈਂਟਰ ਦਿੱਤਾ ਗਿਆ ਅੰਮ੍ਰਿਤਸਰ ਨੂੰ। ਜ਼ਮੀਨ ਲੈਣ ਦਾ ਨੋਟੀਫਿਕੇਸ਼ਨ ਹੋ ਗਿਆ, ਪਰ ਖਰੀਦਣ ਲਈ ਫੰਡ ਨਹੀਂ ਜਾਰੀ ਕੀਤੇ। ਹਾਰਟੀਕਲਚਰ ਸੈਂਟਰ ਦੀ ਗੱਲ ਕਰ ਰਹੇ ਸਮੀਪ ਸਿੰਘ। ਕੇਂਦਰ ਸਰਕਾਰ ਨੇ ਬਾਕੀ ਪੈਸੇ ਲਾਉਣੇ ਆ, ਬਹੁਤ ਫਾਇਦੇ ਹੋਵੇਗਾ ਕਿਸਾਨਾਂ ਅਤੇ 에ਅਰਪੋਰਟ ਨੂੰ। ਸੋ ਕੇਂਦਰ ਨੇ ਪੈਸੇ ਦੇਣੇ ਆ, ਪਰ ਜ਼ਮੀਨ ਤੁਸੀਂ ਦੇਣੀ ਆ। ਸੋ ਐਟਲੀਸਟ ਇਹ ਹਾਰਟੀਕਲਚਰ ਸੈਂਟਰ ਲਈ ਜਿਹੜੀ ਜ਼ਮੀਨ ਆ ਉਹ ਖਰੀਦਣ ਲਈ ਫੰਡ ਜਾਰੀ ਕਰਨਾ ਚਾਹੀਦਾ ਸੀ। ਬਹੁਤ ਅੱਛਾ ਸੁਝਾਅ ਹੈ ਸਮੀਪ ਸਿੰਘ ਗੁਮਟਾਲਾ ਦਾ। ਅਸੀਂ ਆਸ ਕਰਦੇ ਹਾਂ ਕਿ ਵਿੱਤ ਮੰਤਰੀ ਤੱਕ, ਕਿਉਂਕਿ ਇਹ ਹੁਣ ਬਜਟ ਪੇਸ਼ ਹੋ ਗਿਆ ਤੇ ਬਹਿਸ ਹੋਣੀ ਆ, ਔਰ ਫਾਈਨਲੀ ਬਹਿਸ ਤੋਂ ਬਾਅਦ ਕਈ ਉਹਦੇ 'ਚ ਤਬਦੀਲੀਆਂ ਵੀ ਹੋਣਗੀਆਂ, ਫਿਰ ਬਜਟ ਪਾਸ ਹੋਊਗਾ। ਉਦੋਂ ਤੱਕ ਆ ਜੋ ਸਮੀਪ ਸਿੰਘ ਗੁਮਟਾਲੇ ਦਾ ਵਿਚਾਰ ਆ ਕਿ ਉੱਥੇ ਜਿਹੜਾ ਹਾਰਟੀਕਲਚਰ ਸੈਂਟਰ ਲਈ ਜ਼ਮੀਨ ਖਰੀਦਣ ਦਾ ਜਿਹੜੀ ਕੋਸ਼ਿਸ਼ ਆ ਉਹਨੂੰ ਕੰਪਲੀਟ ਕਰਨ ਦੀ ਲੋੜ ਆ, ਤਾਂ ਕਿ ਸੈਂਟਰ ਪੈਸਾ ਦੇ ਸਕੇ ਔਰ ਇਹ ਹਾਰਟੀਕਲਚਰ ਸੈਂਟਰ ਜਿਹੜਾ ਵਾ ਸ਼ੁਰੂ ਹੋ ਸਕੇ, ਔਰ ਉੱਥੋਂ 에ਅਰਪੋਰਟ ਨੂੰ ਵੀ ਫਾਇਦਾ ਹੋਊ। ਕਾਰਗੋ ਜਿਹੜਾ ਵਾ ਉਹ ਬਾਹਰਲੇ ਮੁਲਕਾਂ 'ਚ ਵੀ ਜਾ ਸਕੂਗਾ। ਮਿਸਕੀ ਗੁਪਤਾ ਦਾ ਕਮੈਂਟ ਹੈ, ਕਾਜੂਆਂ ਦਾਖਾਂ ਬਦਾਮਾਂ ਦੀ ਖੇਤੀ ਵੀ ਕਰਾਂਗੇ ਜੀ ਹੁਣ ਅਸੀਂ। ਹਾਂ, ਸੇਬਾਂ ਤੋਂ ਬਾਅਦ ਹੁਣ ਮੇਰੇ ਖਿਆਲ ਕਾਜੂਆਂ ਦਾਖਾਂ ਤੇ ਬਦਾਮਾਂ ਦੀ ਲੋੜ ਆ। ਉਹਦੇ ਨਾਲ ਹੀ ਮੇਰੇ ਖਿਆਲ ਆਪਾਂ ਰੰਗਲੇ ਪੰਜਾਬ ਵੱਲ ਵਧਾਂਗੇ। ਫਿਰ ਉਹੀ ਮੈਂ ਕਹਿਣਾ ਚਾਹੁੰਦਾ ਵੀ ਜੋ ਹੈ ਆਪਣੇ ਕੋਲ ਆਪਾਂ ਉਹਨੂੰ ਬਚਾਈਏ। ਜਿਵੇਂ ਇਹਨਾਂ ਨੇ ਪਿਛਲੀ ਵਾਰੀ ਬੜਾ ਅੱਛਾ ਕਦਮ ਕੀਤਾ ਸੀ ਵੀ ਮੂੰਗੀ ਅਸੀਂ ਖਰੀਦਾਂਗੇ, ਮੂੰਗੀ ਲਈ MSP ਜਾਰੀ ਕੀਤੀ, ਪਰ ਪਿਛਲੇ ਸਾਲ ਮੂੰਗੀ ਪੂਰੀ ਖਰੀਦੀ ਨਹੀਂ ਗਈ। ਸੋ ਇੱਕ ਤੇ ਮੂੰਗੀ ਦੀ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ, ਔਰ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜੀ ਮੂੰਗੀ ਤੇ 2-3 ਜਿਹੜੀਆਂ ਦਾਲਾਂ ਆਮ ਤੌਰ ਤੇ ਇੱਥੇ ਉਗਾਉਂਦੇ ਆ,
ਉਹਨਾਂ ਦੀ ਵੀ MSP ਅਨਾਉਂਸ ਕੀਤੀ ਜਾਵੇ ਤੇ ਨਾਲ ਸਰੋਂ ਦੀ MSP ਅਨਾਉਂਸ ਕੀਤੀ ਜਾਵੇ, ਕਿਉਂਕਿ ਸਰੋਂ ਤੇ ਮੱਕੀ ਤੇ ਮੂੰਗੀ ਤੇ ਬਾਕੀ ਦਾਲਾਂ ਜਿਹੜੀਆਂ ਵਾ ਇਹਨਾਂ ਦੀ ਖਪਤ ਪੰਜਾਬ ਦੇ ਵਿੱਚ ਵਧੀਆ ਹੋ ਸਕਦੀ ਹੈ। ਬਾਕੀ ਦਾਲਾਂ ਜਿਹੜੀਆਂ ਵਾ ਸਿਰਫ ਮੂੰਗੀ ਨਹੀਂ, ਬਾਕੀ ਦਾਲਾਂ ਦੀ ਖਪਤ ਵੀ ਇੱਥੇ ਹੋ ਜਾਂਦੀ ਆ। ਸੋ ਉਹਨਾਂ ਦੀ MSP ਅਨਾਉਂਸ ਕੀਤੀ ਜਾਵੇ। ਮੇਰੇ ਖਿਆਲ ਸਰਕਾਰ ਇਹਦੇ 'ਚੋਂ ਪੈਸਾ ਕਮਾ ਸਕਦੀ ਹੈ, ਖਰੀਦ ਕੇ ਉਹਨੂੰ ਜਦੋਂ ਮਾਰਕੀਟਿੰਗ ਕਰਾਂਗੇ ਤਾਂ ਉਹਦੇ 'ਚ ਪੈਸਾ ਜਿਹੜਾ ਵਾ ਉਹ ਵਾਕਈ ਬਣ ਸਕਦਾ। ਸੋ ਮੂੰਗੀ ਤੋਂ ਇਲਾਵਾ ਬਾਕੀ ਦਾਲਾਂ, ਸਰੋਂ ਔਰ ਮੱਕੀ, ਇਹਨਾਂ ਦੀ ਵੀ ਜਿਹੜੀ MSP ਆ ਉਹਦੀ ਪੰਜਾਬ ਸਰਕਾਰ ਨੂੰ ਖੁਦ ਅਨਾਉਂਸ ਕਰਨੀ ਚਾਹੀਦੀ ਆ। ਆਪਾਂ ਸੇਬਾਂ, ਦਾਖਾਂ, ਕਾਜੂਆਂ ਵੱਲ ਹਾਲੀ ਨਾ ਉਡਾਰੀ ਮਾਰੀਏ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਜੀ, ਪਾਲ ਬੋਲਦਾ ਫਿਜ਼ਰ ਤੋਂ ਭਾਜੀ। ਹਾਂਜੀ ਭਾਈ ਸਾਹਿਬ। ਭਾਜੀ ਲੋੜ ਨਹੀਂ ਸੀਗੀ, ਕਿਉਂਕਿ ਸਾਡਾ ਕੰਮੇ ਇੰਨਾ ਹੋਇਆ, ਸਾਡੇ ਸਾਰੇ ਸਕੂਲ ਬਣੇ ਹੋਏ ਆ, ਕਾਲਜ ਸਾਡੇ ਬਣੇ ਹੋਏ ਆ, ਰੋਡਾਂ ਸਾਡੀਆਂ ਬਣੀਆਂ ਹੋਈਆਂ, ਹਸਪਤਾਲ ਦੇ ਵਿੱਚ ਇੰਨੀਆਂ ਵਧੀਆ ਸਹੂਲਤਾਂ ਭਾਜੀ, ਹੁਣ ਤਾਂ ਲੋੜ ਹੀ ਨਹੀਂ ਸੀਗੀ। ਸਾਰੇ ਉਹਨਾਂ ਦੇ ਵਿੱਚ ਬੰਦੇ ਡਾਕਟਰ ਵੀ ਹੈਗੇ, ਪਹਿਲਾਂ ਰੱਖੇ ਪਹਿਲੀ ਸਰਕਾਰਾਂ ਦੇ। ਨਹੀਂ, ਜੋ ਕਮੀਆਂ ਵਾ ਪੂਰੀਆਂ ਕਰਨੀਆਂ ਚਾਹੀਦੀਆਂ। ਕੱਲ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਉਹਨਾਂ ਨੇ ਆਪ ਮੰਨਿਆ ਵੀ ਡਾਕਟਰ ਹੈ ਨਹੀਂ ਸਾਡੇ ਕੋਲ ਬਹੁਤ ਸਾਰੇ ਥਾਵਾਂ ਤੇ। ਸੋ ਡਾਕਟਰ ਪੂਰੇ ਕਰੀਏ ਤੇ ਟੀਚਰ ਪੂਰੇ ਕਰੀਏ। ਨਵੇਂ ਪ੍ਰੋਜੈਕਟ ਦੀ ਬਜਾਏ ਜਿਹੜੇ ਪਹਿਲੇ ਪ੍ਰੋਜੈਕਟ ਚੱਲ ਰਹੇ ਪਹਿਲਾਂ ਉਹਨਾਂ ਨੂੰ ਆਪਾਂ ਚਾਲੂ ਕਰੀਏ। ਨਹੀਂ ਭਾਈ ਤੁਸੀਂ ਦੱਸੋ ਨਾ, ਹੁਣ ਸਾਡੇ ਪਿੰਡ ਭਾਜੀ ਹਸਪਤਾਲ ਦੇ ਵਿੱਚ ਡੰਗਰ ਡਾਕਟਰ ਦੀ ਲੋੜ ਸੀਗੀ। ਹਾਂ, ਉਹ ਪਹਿਲਾਂ ਰਿਟਾਇਰ ਹੋ ਗਿਆ, ਪਹਿਲੀਆਂ ਗਵਰਨਮੈਂਟਾਂ ਨੇ ਰੱਖਿਆ ਨਹੀਂ ਹੈਗਾ, ਕੰਪਿਊਟਰ ਤਾਰਦੇ ਰਹੇ। ਹੁਣ ਸਾਡੇ ਡਾਕਟਰ ਚੰਨੀ ਆਇਆ, ਉਹਨੇ ਭਾਈ ਹੁਣ ਡਾਕਟਰ ਰੱਖਿਆ। ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ ਭਾਈ। ਦੇਖੋ ਸਾਡਾ ਇੰਨਾ ਨੁਕਸਾਨ, ਇਹ ਜਿਹੜੇ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ, ਉਹਨੇ ਸਾਰੀ ਜ਼ਿੰਦਗੀ ਚ ਸਾਨੂੰ ਪੰਜਾਬ ਨੂੰ ਕੀ ਦੇਤਾ, ਦੋਨੇ ਭਰਾਵਾਂ ਨੇ। ਕਿੰਨਾ ਉਹਨਾਂ ਤੇ ਖਰਚਾ ਹੋ ਰਿਹਾ ਭਾਜੀ, ਕਿੰਨਾ ਸਿਕਿਉਰਿਟੀ ਦਾ ਖਰਚਾ ਹੋ ਰਿਹਾ, ਕਿੰਨਾ ਤੇਲ ਦਾ ਖਰਚਾ। ਰੌਲਾ ਪਾਉਣ ਦਾ ਹੁਣ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਪੰਜਾਬ ਦੇ ਖਾਤਰ, ਤੁਸੀਂ ਦੱਸੋ ਨਾ ਭਾਈ, ਤੁਸੀਂ ਦੱਸੋ। ਸਾਡੇ ਮਰਿੰਡੇ ਦਾ ਬੁਰਾ ਹਾਲ ਆ ਭਾਜੀ, ਪੱਟਿਆ ਪਿਆ। ਓਕੇ, ਕੋਈ ਸੜਕ ਨਹੀਂ ਹੈਗੀ ਭਾਈ। ਉਹ ਤਦੇ ਉਹਨਾਂ ਨੂੰ ਆਪਾਂ ਬਾਹਰ ਕੱਢਤਾ ਨਾ, ਹੁਣ ਨਵਿਆਂ ਨੂੰ ਲਿਆਂਦਾ ਤੇ ਨਵਿਆਂ ਤੋਂ ਆਪਾਂ ਕੀ ਆਸ ਕਰਦੇ ਹਾਂ? ਨਵਿਆਂ ਤੋਂ ਕਰਜ਼ਾ ਵੀ ਮਾਫ ਕੀਤਾ ਆਪਾਂ ਹੁਣ ਇਹਨਾਂ ਤੇ ਆ ਜਾਈਏ ਨਾ। ਇਹਨਾਂ ਨੇ ਕੀ ਪਿਛਲੇ ਸਾਲ ਚ ਦਿੱਤਾ ਤੇ ਹੁਣ ਕੀ ਆਪਾਂ ਇਹਨਾਂ ਤੋਂ ਆਸ ਹੈ? ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਹੈਗੀ, ਕਿਸੇ ਨੂੰ ਲੋੜ ਨਹੀਂ ਹੈਗੀ। ਉੱਥੇ ਲੋਕ ਕੰਮ ਕਰਨ, ਜਿਹੜਾ ਜ਼ਰੂਰਤਮੰਦ ਆ ਉਹਨੂੰ ਮਿਲਣ। ਪਰ ਇਹ ਤਾਂ ਸਾਰਿਆਂ ਨੂੰ ਦੇ ਰਹੇ ਆ ਨਾ, ਇਹਨਾਂ ਦੇ ਬਿਜਲੀ ਸਾਰਿਆਂ ਨੂੰ ਫ੍ਰੀ ਕਰਤੀ ਆ। ਨਹੀਂ ਭਾਈ, ਤੈਨੇ ਬੰਦ ਕਰ ਦਿਆ ਕਰਨ, ਬਿਜਲੀ ਦੀ ਲੋੜ ਹੀ ਨਹੀਂ ਹੈਗੀ। ਜੇ ਫ੍ਰੀ ਵਾਲੀ ਬੰਦ ਕਰ ਦਿਆ ਕਰ, ਰਾਤ ਨੂੰ ਛੱਡ ਦਿਆ ਕਰ। ਨਹੀਂ, ਫ੍ਰੀ ਬੰਦ ਤਾਂ ਨਹੀਂ ਹੋਣੀ ਚਾਹੀਦੀ ਬਿਜਲੀ, ਪਰ ਬਿਜਲੀ ਦੇਖੋ ਜਿਹੜਾ ਕੋਈ ਵਾਕਈ ਬਹੁਤ ਗਰੀਬ ਆ ਉਹਨੂੰ ਤੇ ਬਿਜਲੀ ਫ੍ਰੀ ਦਿਓ, ਬਾਕੀਆਂ ਨੂੰ ਬਿਜਲੀ ਸਸਤੀ ਦਿਓ। ਲੋੜ ਆ ਬਿਜਲੀ ਸਸਤੀ ਦੀ, ਫ੍ਰੀ ਦੀ ਨਹੀਂ ਜੀ। ਚਲੋ ਭਾਜੀ, ਅਸੀਂ ਤਾਂ ਸ਼ੁਕਰ ਕਰਦੇ ਆਂ ਕਿ ਭਗਵੰਤ ਮਾਨ ਜੋ ਮਰਜ਼ੀ ਲੋਕ, ਹੁਣ ਕਈ ਬੰਦੇ ਗੱਲਾਂ ਕਰਦੇ ਆ ਬਾਹਰ ਵਾਲੀਆਂ ਸਹੂਲਤਾਂ, ਭਾਜੀ ਬਾਹਰ ਕਰਪਸ਼ਨ ਤਾਂ ਨਹੀਂ ਹੈਗੀ। ਭਾਈ ਸਾਹਿਬ ਗੱਲ ਇਹ ਆ, ਬੜੀ ਕਲੀਅਰ ਆ, ਭਗਵੰਤ ਮਾਨ ਹੋਵੇ ਜਾਂ ਕੋਈ ਹੋਰ ਮਾਨ ਹੋਵੇ, ਲੋਕਾਂ ਨੂੰ ਜਿਹੜੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਵਾ। ਸਵਾਲ ਇਹ ਪੈਦਾ ਹੁੰਦਾ ਪਿਛਲੇ ਸਾਲ, ਮੇਰੀ ਗੱਲ ਸੁਣੋ, ਪਿਛਲੇ ਸਾਲ ਜ਼ਰੂਰਤਾਂ ਪੂਰੀਆਂ ਹੋਈਆਂ ਕਿ ਨਹੀਂ ਹੋਈਆਂ, ਹੁਣ ਹੋਣਗੀਆਂ ਕਿ ਨਹੀਂ ਹੋਣਗੀਆਂ, ਇਹ ਸਵਾਲ ਆ। ਆਪਾਂ ਚਿਹਰਿਆਂ ਤੇ ਨਾ ਆਈਏ ਵੀ ਆਹ ਆ ਗਿਆ ਜਾਂ ਉਹ ਆ ਗਿਆ। ਲੋਕਾਂ ਦੀਆਂ ਜਿਹੜੀਆਂ ਆਸਾਵਾਂ ਵਾ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਵਾ। ਥੈਂਕ ਯੂ, ਬਹੁਤ ਮਿਹਰਬਾਨੀ। ਹਰਮੇਸ਼ ਸਿੰਘ ਹੋਠੀ ਦਾ ਕਮੈਂਟ ਆਇਆ ਵਾ ਕਿ ਪੱਲੇ ਨਹੀਂ ਧੇਲਾ ਕਰਦੀ ਮੇਲਾ। ਹਾਂਜੀ, ਇਹ ਬਜਟ ਪਹਿਲੀਆਂ ਸਰਕਾਰਾਂ ਨਾਲੋਂ ਬਿਲਕੁਲ ਵੱਖਰਾ ਹੈ, ਕਿਉਂਕਿ ਪਹਿਲੀਆਂ ਸਰਕਾਰਾਂ ਦਾ ਤਾਂ 4-5 ਸਾਲ ਬਾਅਦ ਪਤਾ ਲੱਗਦਾ ਹੈ, ਇਹਨਾਂ ਦਾ ਪਹਿਲੇ ਸਾਲ ਹੀ ਪਤਾ ਲੱਗ ਗਿਆ। ਨਵੇਂ ਕਾਲਜ ਖੁੱਲ੍ਹ ਰਹੇ ਹਨ, ਪੁਰਾਣਿਆਂ ਵਿੱਚ ਤਨਖਾਹਾਂ ਨਹੀਂ ਦੇ ਰਹੇ। ਕੀ ਸਰਕਾਰ ਨੇ ਆਪਣਾ ਖਰਚ ਘਟਾਇਆ? ਨਹੀਂ। ਪੁਰਾਣੇ ਹਸਪਤਾਲਾਂ ਵਿੱਚ ਡਾਕਟਰ ਨਹੀਂ, ਦਵਾਈਆਂ ਨਹੀਂ, ਨਵੇਂ ਹਸਪਤਾਲਾਂ ਦੇ ਐਲਾਨ ਕਰ ਰਹੇ ਨੇ। ਇਹ ਹੈ ਅਸਲੀ ਬਦਲਾਵ। ਜਾਗੋ ਪੰਜਾਬੀਓ ਜਾਗੋ। ਹਰਮੇਸ਼ ਸਿੰਘ ਹੋਠੀ ਦਾ ਬੜਾ ਸਟਰੋਂਗ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਰ, ਰਿੰਕੂ ਦਾ ਬੋਲਦਾ। ਹਾਂਜੀ ਰਿੰਕੂ ਜੀ। ਸੋ ਪਹਿਲਾ ਦਾ ਸਰ ਪੁਆਇੰਟ ਜਿਹੜਾ ਬਜਟ ਦਾ ਆਇਆ ਕਿ ਮਨਪ੍ਰੀਤ ਬਾਦਲ ਸਾਹਿਬ ਜਿਹੜੇ ਆਪਣੇ ਖਜ਼ਾਨਾ ਮੰਤਰੀ ਸੀ ਕਾਂਗਰਸ ਦੇ ਵਿੱਚ ਸੀਗੇ, ਉਹਨਾਂ ਦੇ ਉਹ ਕਹਿੰਦੇ ਵੀ ਬਜਟ ਇਹ ਸਹੀ ਨਹੀਂ ਸੀ। ਸੋ ਪਹਿਲਾਂ 5 ਸਾਲ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਸੀਗੇ ਖਜ਼ਾਨਾ ਮੰਤਰੀ ਸਰ, ਜੇ ਮੈਂ ਨਹੀਂ ਰੌਣ ਹੈਗਾ, ਪਤਾ ਨਹੀਂ ਹੁਣ ਮੈਨੂੰ ਤਾਂ ਪਾਰਟੀ ਵੀ ਪਤਾ ਨਹੀਂ ਕਿਹੜੀ ਪਾਰਟੀ ਚ, ਸੌਰੀ BJP ਚ ਆਇਆ ਇਸ ਵੇਲੇ। 3 ਸਾਲ ਸੀਗੇ ਉਹ, 2 ਜਾਂ 3 ਸਾਲ ਖਜ਼ਾਨਾ ਮੰਤਰੀ ਅਕਾਲੀ ਦਲ ਸਰਕਾਰ ਦੇ ਜੀ। ਹਾਂਜੀ, ਅਕਾਲੀ, ਉਸ ਤੋਂ ਬਾਅਦ 5 ਸਾਲ ਕਾਂਗਰਸ ਦੇ ਵਿੱਚ ਰਹੇ ਆ ਜੀ। ਉਹ 8 ਸਾਲ ਹੋ ਗਿਆ ਜੀ। 8 ਸਾਲਾਂ ਦੇ ਵਿੱਚ ਉਹ ਪਹਿਲਾਂ ਤਾਂ ਮੈਨੂੰ ਇਹ ਦੱਸਣਾ, ਹੁਣ ਉਹ 8 ਸਾਲਾਂ ਦੇ ਵਿੱਚ ਉਹਨਾਂ ਨੇ ਕਿਹੜਾ ਏਦਾਂ ਦਾ ਕੰਮ ਕੀਤਾ ਕਿ ਜਿਹੜਾ ਸਾਨੂੰ ਅੱਜ ਜਿੰਨੇ ਵੀ ਪੰਜਾਬ ਦੇ ਜਿਹੜੇ ਆਪਣੇ ਇੰਨੇ ਕਰੋੜ ਰਿੰਕੂ ਰਾਏ ਉਹ ਤੇ ਕੱਢਤੇ ਆਪਾਂ,
ਉਹ ਤੇ ਕੱਢ ਦਿੱਤੇ ਆ, ਪਰ ਹੁਣ ਗੱਲ ਇਹ ਆ ਕਿ ਇਹ ਬਜਟ ਕਿੰਨਾ ਕੁ ਵਧੀਆ ਵਾ, ਪਹਿਲਿਆਂ ਬਜਟ ਨਾਲੋਂ ਕਿੰਨਾ ਕੁ ਵੱਖਰਾ ਵਾ, ਕਿ ਵਾਕਈ ਇਹ ਰੰਗਲੇ ਪੰਜਾਬ ਵੱਲ ਵਧਣ ਦਾ ਇੱਕ ਝਲਕ ਆ। ਇਹ ਆਪਾਂ ਗੱਲ ਕਰੀਏ ਹੁਣ। ਦੇਖੋ ਜਿਹੜਾ ਬਜਟ ਹੈਗਾ ਆ, ਜਿਹੜੇ ਇਹਨਾਂ ਨੇ ਦੇਖੋ ਪੁਆਇੰਟ ਜਿਹੜੇ ਮੈਂ ਦੱਸ ਬਜਟ ਮੈਨੂੰ ਜਿਹੜਾ ਮੇਰਾ ਆਪਣਾ opinion ਆ ਸਰ, ਸੋ ਹਰੇਕ ਬੰਦੇ ਆਪਣੇ ਆਪਣੇ opinion, ਮੇਰਾ opinion ਜਿਹੜਾ ਉਹਨਾਂ ਨੇ ਮੈਡੀਕਲ ਦੇ ਵਿੱਚ, ਠੀਕ ਹੈ ਜੀ, ਜਿਹੜਾ ਉਹਨਾਂ ਨੇ ਮੈਡੀਕਲ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੇ ਆਪਣੇ ਇਹ 3-4 ਚੀਜ਼ਾਂ ਕੀਤੀਆਂ ਹੋਈਆਂ, ਉਹ ਮੈਨੂੰ ਉਹਨਾਂ ਦੀ ਵਧੀਆ ਲੱਗਿਆ, ਕਿਉਂਕਿ ਪਿਛਲੀਆਂ ਸਰਕਾਰਾਂ ਗੱਲਾਂ ਦੇ ਨਾਲ ਕਹਿੰਦੀਆਂ ਕੋਈ ਇੰਪਰੂਵਮੈਂਟ ਹੋਊਗੀ। ਹੁਣ ਇਹਨਾਂ ਨੇ ਵੀ ਕਿਹਾ ਹੋਇਆ ਬਜਟ ਦੇ ਵਿੱਚ ਲਿਆਂਦਾ ਹੋਇਆ ਤੇ ਪੈਸਾ ਸੀ ਜਿਹੜੇ ਸਟੱਡੀ ਵਾਸਤੇ ਸਾਰਾ ਆਪਣੇ ਵਾਸਤੇ ਜਿਹੜੀ ਕੀਤਾ ਹੋਇਆ। ਸੋ ਉਹ ਮੈਨੂੰ ਲੱਗਦਾ ਵੀ ਜਦੋਂ ਪ੍ਰੂਵ ਹੋਊਗਾ, ਜਦੋਂ ਜ਼ਮੀਨ ਤੇ ਕੰਮ ਹੋਊਗਾ, ਉਹ ਬਾਅਦ ਚੋਂ ਪਤਾ ਲੱਗੂਗਾ। ਪਰ ਜਿਹੜਾ ਇਹਨਾਂ ਨੇ ਇਹ ਚੀਜ਼ਾਂ ਕੀਤੀਆਂ ਮੈਨੂੰ ਬਹੁਤ ਵਧੀਆ ਇਹਨਾਂ ਦਾ ਇਹ ਲੱਗਾ। ਬਾਕੀ ਜਿਹੜੀ ਤੁਸੀਂ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਆ ਉਹਦੇ ਨਾਲ ਸਹਿਮਤ ਜੇ? ਕਿਉਂਕਿ ਬਾਕੀ ਹਸਪਤਾਲਾਂ ਨੂੰ ਬੰਦ ਕਰਕੇ ਉਹਨਾਂ ਦੇ ਡਾਕਟਰਾਂ ਨੂੰ ਡਾਇਵਰਟ ਕਰਕੇ ਆਮ ਆਦਮੀ ਕਲੀਨਿਕ ਦੇ ਵਿੱਚ ਲਾਤਾ ਗਿਆ ਵਾ। ਬਿਲਕੁਲ ਸਹਿਮਤ ਆ, ਕਿਉਂਕਿ ਉਹਨਾਂ ਦੇ ਵਿੱਚੋਂ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਸਰ, ਦੇਖੋ ਤੁਹਾਨੂੰ ਤੁਸੀਂ MLA ਰਹੇ ਆ, ਤੁਹਾਨੂੰ ਅਸੀਂ ਬਾਹਰ ਰਹਿੰਦੇ ਆ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ, ਤੁਸੀਂ ਸੀਨੀਅਰ ਆ। ਸੋ ਮੇਰੇ ਕਹਿਣ ਜਿਹੜੇ ਜ਼ਮੀਨ ਦੇ ਉੱਤੇ ਜਿਹਨਾਂ ਤੋਂ ਸਰ ਦਵਾਈਆਂ ਨਹੀਂ ਲੈ ਹੁੰਦੀਆਂ ਸੀ, ਅੱਜ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਪਾਂ ਲੋਕੀ ਤੇ ਜ਼ਮੀਨ ਤੇ ਉਹਦਾ ਵਿਰੋਧ ਕਰ ਰਹੇ ਆ। ਰਿੰਕੂ ਰਾਏ ਜੀ, ਫਫੜੇ ਭਾਈਕੇ ਦੇ ਵਿੱਚ ਧਰਨਾ ਲੱਗਾ ਵਾ। ਬਿਲਾਸਪੁਰ ਦੇ ਵਿੱਚ ਜਿਹੜਾ ਡਾਕਟਰ ਸੀ ਉਹਦੇ ਬਾਰੇ ਡਾਕਟਰ ਧਰਮਵੀਰ ਗਾਂਧੀ ਦੀ ਤੁਸੀਂ ਟਵੀਟ ਸੁਣੀ ਲਈ ਹੋਣੀ ਆ, ਪੜ੍ਹ ਲਈ ਹੋਣੀ ਆ। ਸੋ ਬਹੁਤ ਸਾਰੇ ਥਾਵਾਂ ਤੇ ਇਹ ਸਕੀਮ ਦਾ ਵਿਰੋਧ ਹੋ ਰਿਹਾ ਵਾ ਔਰ ਇੱਕ ਫੀਲਿੰਗ ਆ ਕਿ ਇਹ ਸਕੀਮ ਨੂੰ ਰੋਲ ਬੈਕ ਕਰਨ ਦੀ ਲੋੜ ਆ। ਕੇਂਦਰ ਦੇ ਪੈਸੇ ਨੂੰ ਇਹ ਸਕੀਮ ਡਾਇਵਰਟ ਕਰ ਰਿਹਾ, ਕੇਂਦਰ ਆਪਣਾ ਪੈਸਾ ਦੇਣ ਤੋਂ ਨਾ ਕਰ ਰਿਹਾ ਵਾ। ਨਹੀਂ ਮੈਂ ਸਰ ਜਿਹੜਾ ਪਰ ਇਹ ਚੰਗਾ ਇੱਕ ਉਪਰਾਲਾ ਜਿਹੜਾ ਦਵਾਈ, ਬਾਕੀ ਠੀਕ ਹੈ ਚਲੋ ਦੇਖੋ ਹਰ ਬੰਦੇ ਨੂੰ ਚੰਗਾ ਨਹੀਂ ਲੱਗਦਾ, ਹਰ ਬੰਦੇ ਨੂੰ ਕੋਈ ਮਾੜਾ ਨਹੀਂ ਲੱਗਦਾ ਹੁੰਦਾ ਬਜਟ, ਠੀਕ ਹੈ, ਇਹ ਆਪਣੇ ਬੰਦੇ ਦੀ ਸੋਚ ਆ। ਮੈਂ ਕਹਿਣਾ ਚਾਹੁੰਦਾ ਮੈਨੂੰ ਤਾਂ ਠੀਕ ਲੱਗਾ, ਜਾਣੀ ਕਿ ਇੰਨਾ ਜ਼ਿਆਦਾ ਵਧੀਆ ਕਹਿ ਸਕਦੇ, ਪਰ ਮੈਨੂੰ ਏਦਾਂ ਲੱਗਾ ਵੀ ਜਿਹੜੇ ਪਿਛਲੀਆਂ ਸਰਕਾਰਾਂ ਜਿਹੜੀਆਂ ਹੁਣ ਗੱਲਾਂ ਕਰਦਾ ਮਨਪ੍ਰੀਤ ਬਾਦਲ, ਸੋ ਮੈਨੂੰ ਇਹ ਵੀ ਦੱਸ ਦੇਵੇ, ਨਾਲੇ ਮੈਂ ਪੁੱਛਣਾ ਚਾਹੁੰਦਾ ਵੀ ਇਹਨਾਂ ਦੀ ਨੈਕਸਟ ਪਾਰਟੀ ਕਿਹੜੀ ਆ। ਪਰ ਮੈਂ ਕਹਿਣਾ ਚਾਹੁੰਦਾ ਥੈਂਕ ਯੂ। ਮਿਹਰਬਾਨੀ। ਰਿੰਕੂ ਰਾਏ ਪੁੱਛ ਰਹੇ ਨੇ ਕਿ ਮਨਪ੍ਰੀਤ ਬਾਦਲ ਦੀ ਅਗਲੀ ਪਾਰਟੀ ਹੁਣ ਕਿਹੜੀ ਹੋਊਗੀ। ਕਰੀਬ ਸਾਰੀਆਂ ਹੀ ਪਾਰਟੀਆਂ ਤੇ ਹੁਣ ਉਹਨਾਂ ਨੇ ਬਦਲ ਲਈਆਂ ਵਾ ਔਰ ਉਹਨਾਂ ਨੂੰ ਲੱਗਦਾ ਵਾ ਕਿ ਬਜਟ ਅੱਛਾ ਵਾ। ਇਹ ਆਪਣਾ ਵਿਚਾਰ ਹੁੰਦਾ ਵਾ, ਆਪਾਂ ਉਹਨਾਂ ਦਾ ਵਿਚਾਰ ਵੀ ਤੁਹਾਡੇ ਸਾਹਮਣੇ ਆ ਗਿਆ। ਜਸਵਿੰਦਰ ਚਾਹਲ ਦਾ ਕਮੈਂਟ ਆ ਕਿ ਪੱਲੇ ਨਹੀਂ ਢੇਲਾ ਕਰਦੀ ਮੇਲਾ ਜਦੋਂ ਤੱਕ ਲਾਣੇਦਾਰ ਆਪਣੇ ਖਜ਼ਾਨੇ ਨੂੰ ਸਰਪਲਸ ਨਹੀਂ ਕਰਦਾ ਉਦੋਂ ਤੱਕ ਪਰਿਵਾਰ ਨੂੰ ਜੋ ਮਰਜ਼ੀ ਸਹੂਲਤਾਂ ਦੇਈ ਜਾਵੇ, ਪਰਿਵਾਰ ਖੁਸ਼ ਨਹੀਂ ਹੋ ਸਕਦਾ, ਕਿਉਂਕਿ ਪਰਿਵਾਰ ਨੂੰ ਪਤਾ ਹੈ ਕਰਜ਼ਾ ਹੀ ਹੁੰਦਾ ਹੈ। ਜਸਵਿੰਦਰ ਚਾਹਲ ਦਾ ਇਹ ਕਮੈਂਟ ਹੈ। ਹਰਦੀਪ ਸਿੰਘ ਸੋਢੀ, ਮਨਜਿੰਦਰ ਸਿੰਘ ਤੇ ਸਮੀਪ ਸਿੰਘ ਗੁਮਟਾਲੇ ਦੇ ਵੀ ਤਾਜ਼ੇ ਕਮੈਂਟ ਨੇ। ਮਨਜਿੰਦਰ ਸਿੰਘ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਦੇ ਬਜਟ ਤੋਂ ਕੋਈ ਬਹੁਤੀ ਆਸ ਨਹੀਂ। ਮੇਰਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਪੈਦਾ ਹੈ, ਉਸ ਵਿੱਚ ਕਸਬਾ ਸ਼ੇਰਪੁਰ ਆਦਿ ਵਧੀਆ ਸਰਕਾਰੀ ਹਸਪਤਾਲ ਬਣਿਆ ਹੋਇਆ। ਇਸ ਹਸਪਤਾਲ ਡਾਕਟਰ ਕੋਈ ਨਹੀਂ, ਕੋਈ ਟੈਸਟ ਮਸ਼ੀਨਾਂ ਨਹੀਂ, ਇੱਥੇ ਭੇਜ ਕੇ ਨਵੇਂ ਫਿਰ ਬਣਾ ਦਿਓ। ਪਹਿਲੋਂ ਉਸ ਸ਼ੇਰਪੁਰ ਜਿਹੜਾ ਹਸਪਤਾਲ ਆ ਉਹਨੂੰ ਪਹਿਲੋਂ ਚਾਲੂ ਕੀਤਾ ਜਾਵੇ। ਇਹ ਭਾਈ ਸਾਹਿਬ ਦਾ ਮਨਜਿੰਦਰ ਸਿੰਘ ਹੁਣਾਂ ਦਾ ਕਮੈਂਟ ਹੈ। ਸਮੀਪ ਸਿੰਘ ਦਾ ਕਮੈਂਟ ਆਇਆ ਕਿ ਹਲਵਾਰਾ ਵਿਖੇ ਨਵੇਂ ਟਰਮੀਨਲ ਲਈ ਪੈਸੇ ਦੇ ਰਹੇ, ਮੋਹਾਲੀ 에ਅਰਪੋਰਟ ਲਈ ਨਵਾਂ ਟਰਮੀਨਲ ਬਣਾਉਣ ਦਾ ਵੀ ਕਿਆ ਪਲਾਨ ਹੈ ਜੀ? ਕਾਲਜਾਂ ਵਾਂਗ ਨਵੇਂ 에ਅਰਪੋਰਟ ਬਣਾਉਣ ਵੱਲ ਇਹਨਾਂ ਦਾ ਪਿਛਲੀਆਂ ਸਰਕਾਰਾਂ ਵਾਂਗ ਕਿਉਂ ਕੰਮ ਕਰ ਰਹੇ ਆ? ਇਹ ਕਹਿ ਰਹੇ ਨੇ ਜ਼ਮੀਨਾਂ ਵੇਚੋ, ਬਿਲਡਿੰਗ ਬਣਾਓ, ਕੋਈ ਉਡਾਣਾ ਨਹੀਂ। ਅੰਮ੍ਰਿਤਸਰ 에ਅਰਪੋਰਟ ਨੂੰ ਬਸ ਚਲਾਉਣ ਲਈ ਬੱਸਾਂ ਨਹੀਂ, ਪਰ ਨਵੇਂ ਹਵਾਈ ਅੱਡਿਆਂ ਟਰਮੀਨਲ ਲਈ ਪੈਸੇ ਹੈਗੇ ਆ। ਸੋ ਸਮੀਪ ਸਿੰਘ ਦਾ ਕਹਿਣਾ ਵਾ ਵੀ ਜਿਹੜੇ 에ਅਰਪੋਰਟ ਬਣੇ ਆ, ਭਾਵੇਂ ਉਹ ਚੰਡੀਗੜ੍ਹ ਦੇ 에ਅਰਪੋਰਟ ਆ, ਭਾਵੇਂ ਅੰਮ੍ਰਿਤਸਰ ਦੇ 에ਅਰਪੋਰਟ ਆ, ਉਹਨਾਂ ਨੂੰ ਚਲਾਓ, ਉਹਨਾਂ ਨੂੰ ਬਿਹਤਰ ਕਰੋ, ਨਾ ਕਿ ਤੁਸੀਂ ਨਵੇਂ 에ਅਰਪੋਰਟ ਅਨਾਉਂਸ ਕਰੋ। KPT ਮੁਲਤਾਨੀ ਤੇ ਹਰਪਵਿੰਦਰ ਸਿੰਘ ਤੂਰ ਦਾ ਵੀ ਕਮੈਂਟ ਦੇਖ ਸਕਦੇ ਜੇ। ਹਰਪਵਿੰਦਰ ਸਿੰਘ ਤੂਰ ਕਹਿ ਰਹੇ ਨੇ ਪਿਛਲੀਆਂ ਸਰਕਾਰਾਂ ਵੀ ਬਜਟ ਪੇਸ਼ ਕਰਦੀਆਂ ਰਹੀਆਂ ਨੇ ਤੇ ਵਿਰੋਧੀ ਸਿਰਫ ਵਿਰੋਧ ਹੀ ਕਰਦੇ ਰਹੇ ਨੇ, ਸੋ ਉਹੀ ਕੰਮ ਵਿਰੋਧ ਦਾ ਕੰਮ ਹੁਣ ਹੋਇਆ। ਪਰ ਇਹ ਸਰਕਾਰ ਨੇ ਆਮ ਲੋਕਾਂ ਨੂੰ ਨੌਕਰੀਆਂ ਪਹਿਲੇ ਸਾਲ ਹੀ ਦੇਣੀਆਂ ਤਾਂ ਸ਼ੁਰੂ ਕਰ ਦਿੱਤੀਆਂ ਨੇ, ਜੋ ਕਿ ਦੂਜੀਆਂ ਪਾਰਟੀਆਂ ਅਖੀਰਲੇ ਸਾਲਾਂ ਵਿੱਚ ਕਰਦੀਆਂ ਸਨ। ਹਰਪਵਿੰਦਰ ਸਿੰਘ ਤੂਰ ਦਾ ਇਹ ਕਮੈਂਟ ਹੈ। ਸੋ ਉਹਨਾਂ ਮੁਤਾਬਕ ਇਹ ਚੰਗਾ ਬਜਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ हाँ जी भाई साहब ऑन एयर जे तुसी। कृष्ण गुप्ता। हाँ जी कृष्ण गुप्ता जी। सर इस बजट में मेट्रो का कोई जिक्र नहीं, सभी स्टेट में मेट्रो है, पंजाब में मेट्रो क्यों नहीं है? हाँ आई वांट अमृतसर लुधियाना मेट्रो होनी चाहिए। हाँ क्या बड़े बैंक से लोन ले या सेंटर से लोन ले
मेट्रो होनी चाहिए। थैंक यू। ਉਹ ਮੈਟਰੋ ਦੇ ਬਾਅਦ ਦੀ ਗੱਲ ਹੈ ਜੀ, ਇੱਥੇ ਤੇ ਬੱਸਾਂ ਚਲਾਉਣ ਲਈ ਪੈਸੇ ਨਹੀਂ ਹੈ, ਤੁਸੀਂ ਮੈਟਰੋ ਦੀ ਗੱਲ ਕਰਦੇ। ਮੈਟਰੋ ਤੇ ਉਹਨੇ ਚਿਰ ਤੱਕ ਨਹੀਂ ਬਣ ਸਕਦੀ ਜਿੰਨੇ ਤੱਕ ਕੇਂਦਰ ਨਹੀਂ ਪੈਸਾ ਦਿੰਦਾ। ਕ੍ਰਿਸ਼ਨ ਗੁਪਤਾ ਜੀ, KPT ਮੁਲਤਾਨੀ ਕਹਿ ਰਹੇ ਨੇ ਕਿ ਮਨਪ੍ਰੀਤ ਕਹਿੰਦਾ ਮੈਂ ਹੁਣ ਸਾਰੀ ਭਾਜਪਾ ਨੂੰ ਆਪਣੇ ਪਿੱਛੇ ਲੈ ਕੇ ਬਚਾਵਾਂਗਾ, ਲੁਕੋ ਕੇ ਬਚਾਵਾਂਗਾ। ਇਹ KPT ਮੁਲਤਾਨੀ ਦਾ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਖੰਦੂ ਸਾਹਿਬ। ਸਤਿ ਸ਼੍ਰੀ ਅਕਾਲ। ਸਮੀਪ ਸਿੰਘ ਬੋਲ ਰਹੇ ਨੇ। ਹਾਂਜੀ ਹਾਂਜੀ ਸਮੀਪ ਜੀ, ਤੁਹਾਡੇ ਕਮੈਂਟ ਵੀ ਆ ਗਏ, ਦੱਸੋ ਹੋਰ ਕੀ ਕਹਿਣਾ। ਹਾਂਜੀ ਧੰਨਵਾਦ ਜੀ, ਤੁਸੀਂ ਆਲਰੇਡੀ ਗੱਲ ਕਰ ਦਿੱਤੀ ਹੈ ਕਿ ਦੇਖੋ ਕਿੰਨੇ ਬੁਰਾ ਹਾਲ ਹੈ ਜੀ ਕਿ ਇਹ ਪਤਾ ਨਹੀਂ ਕੀ ਰੀਜ਼ਨ ਨੇ, ਤੁਸੀਂ ਸ਼ਾਇਦ ਦੱਸ ਸਕਦੇ ਹੋ ਕਿ ਜਿੱਦਾਂ ਸਰਕਾਰੀ ਜ਼ਮੀਨ ਜਾਂ ਜੋ ਵੀ ਜ਼ਮੀਨ ਫਟਾਫਟ ਫੜ ਕੇ ਨਵੇਂ ਕਾਲਜ ਬਣਾਉਣੇ, 에ਅਰਪੋਰਟ ਦੇ ਬਿਲਡਿੰਗਾਂ ਬਣਾ ਕੇ ਇਹ ਜ਼ਮੀਨਾਂ ਦੇ ਮੁੱਲ ਵਧਾਉਂਦੇ ਨੇ ਇਦਾਂ ਇਹੋ ਜਿਹੇ ਅਨਾਉਂਸਮੈਂਟਾਂ ਕਰਾ ਕੇ, ਤੇ ਬਾਅਦ ਚ ਉੱਥੇ ਕੋਈ ਵਾਇਬਿਲਿਟੀ ਸਟੱਡੀ ਨਹੀਂ ਹੈ, ਕੋਈ ਲੋਡ ਦੀ ਸਟੱਡੀ ਨਹੀਂ ਹੈ। ਤੇ ਇੰਨਾ ਦੁੱਖ ਹੋ ਰਿਹਾ ਸੰਧੂ ਸਾਹਿਬ ਕਿ ਇੰਨਾ ਵੱਡਾ ਹਾਰਟੀਕਲਚਰ ਸੈਂਟਰ, ਇਸੇ ਤਰ੍ਹਾਂ ਇਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਹੜਾ ਅੰਮ੍ਰਿਤਸਰ ਬਣਿਆ ਨਾ, ਉਹ ਬਾਦਲ ਸਰਕਾਰ ਨੇ ਉਦੋਂ ਪੈਸੇ ਪਹਿਲਾਂ ਦੇ ਨਹੀਂ ਰਹੇ ਜ਼ਮੀਨ ਖਰੀਦਣ ਲਈ, ਜ਼ਮੀਨ ਹੀ ਨਹੀਂ ਹੈਗੀ। ਬੜੀ ਮੁਸ਼ਕਲ ਨਾਲ ਉਦੋਂ ਇੱਥੇ ਮੰਤਰੀ ਨੇ, ਇਹਨਾਂ ਦੇ ਲੋਕਲ ਬਾਡੀ ਸ਼ਾਇਦ ਉਹ ਸੀਗੇ ਅੰਮ੍ਰਿਤਸਰ ਤੋਂ, ਉਹਨਾਂ ਨੇ ਧਰਨਾ ਲਾਤਾ ਨਾਲ BJP ਵਾਲੇ ਦੇ, ਫਿਰ ਜ਼ਮੀਨ ਉਹਨਾਂ ਨੇ ਸਾਈਟ ਲੱਭ ਕੇ ਦਿੱਤੀ। ਹੁਣ ਜ਼ਮੀਨ ਦੀ ਬੜੀ ਮੁਸ਼ਕਲ ਨਾਲ ਹੁਣ ਨਵੀਂ ਸਰਕਾਰ ਆਈ, ਨੋਟੀਫਿਕੇਸ਼ਨ ਕਰਾਈ ਆ, ਜੇਕਰ ਜ਼ਮੀਨ ਨਾ ਦਿੱਤੀ ਇਹਨਾਂ ਨੇ ਸਾਰੀ, ਤੇ ਸੈਂਟਰ ਨੇ ਪ੍ਰੋਜੈਕਟ ਕਿਤੇ ਹੋਰ ਲੈ ਜਾਣਾ। ਇੱਕ ਪਾਸੇ ਕਹਿ ਰਹੇ ਅਸੀਂ ਫਾਰਮਿੰਗ ਨੂੰ ਇਦਾਂ ਕਰਨਾ ਹੈ, ਪਰ ਸ਼ਾਇਦ ਇਹ ਚਾਹੁੰਦੇ ਨਹੀਂ ਕਿ ਅੰਮ੍ਰਿਤਸਰ 'ਚ ਲੱਗੇ। ਬਹੁਤ ਹੀ ਨਿੰਦਕ। ਹੁਣ ਅੰਮ੍ਰਿਤਸਰ ਅਸੀਂ ਗੱਲ ਕਰ ਰਹੇ ਵਿਕਾਸ ਹੋਣ ਕਿ ਆਪਾਂ ਵਿਧਾਨ ਸਭਾ ਦੇ ਬਾਹਰ ਧਰਨਾ ਲਾਈਏ। ਹੁਣ ਮੇਰੇ ਫਾਦਰ ਸਾਰੇ ਲੋਕ ਸੀਨੀਅਰ ਹੋ ਗਏ ਨੇ, ਦੱਸੋ ਚੰਗੇ ਲੱਗਦੇ ਆ ਇਹਨਾਂ ਨੂੰ? ਮੰਤਰੀ ਸਾਹਿਬ ਨੂੰ ਕਿਹਾ, ਧਾਲੀਵਾਲ ਸਾਹਿਬ ਨੂੰ ਕਿਹਾ, ਸਾਰਿਆਂ ਨੂੰ ਕਿਹਾ, ਤੇ ਇਹ ਦੇਖੋ ਮਾਝੇ ਨਾਲ ਇਹਨਾਂ ਨੇ ਇਸ ਤਰ੍ਹਾਂ ਵਿਤਕਰਾ ਕੀਤਾ ਇਹਨਾਂ ਨੇ ਅੰਮ੍ਰਿਤਸਰ ਨਾਲ, ਤੇ ਬਹੁਤ ਹੀ ਨਿੰਦਣਯੋਗ ਹੈ। ਮੈਨੂੰ ਬਹੁਤ ਦੁੱਖ ਹੋ ਰਿਹਾ, ਸਵੇਰ ਦੇ ਬਹੁਤ ਮੈਸੇਜ ਆ ਰਹੇ ਨੇ ਕਿ ਮੁਹਾਲੀ ਦੇਖੋ, ਹਰਿਆਣਾ ਸੰਧੂ ਸਾਹਿਬ ਕੋਈ ਪੈਸੇ ਨਹੀਂ ਦੇ ਰਿਹਾ 에ਅਰਪੋਰਟ ਦੀ, ਪਰ 25% ਸ਼ੇਅਰ ਉਹਨਾਂ ਦਾ ਹੋ ਗਿਆ, ਤੇ ਇਹਨਾਂ ਨੂੰ ਇੰਨੀ ਅੱਗ ਲੱਗੀ ਆ ਕਿ ਅਸੀਂ ਮੁਹਾਲੀ ਇੱਕ ਹੋਰ ਨਵਾਂ ਟਰਮੀਨਲ ਬਣਾ ਦਈਏ। ਮੈਨੂੰ 3 ਸਾਲ ਹੋ ਗਏ, 4 ਸਾਲ ਕੀ ਬੱਸ ਸ਼ੁਰੂ ਕਰ ਦਿਓ ਟੋਰਾਂਟੋ ਲਈ ਫਲਾਈਟ, ਪਰ ਨਹੀਂ, ਕੋਈ ਧਿਆਨ ਨਹੀਂ ਹੈ। ਮੈਂ ਅੱਗੇ ਵੀ ਬੇਨਤੀ ਕੀਤੀ, ਰਾਤੀ ਮੈਂ ਕਾਲਾਂ ਕਰਦਾ ਇਹਨਾਂ ਨੂੰ 1:30 ਵਜੇ ਤੱਕ ਚੰਡੀਗੜ੍ਹ ਫੋਨ ਕਰਕੇ ਕਿ ਫਾਈਲ ਚੁੱਕ ਲਓ। ਸੰਧੂ ਸਾਹਿਬ ਸੈਂਟਰ ਗਵਰਨਮੈਂਟ ਕੋਲ ਲੈਟਰ ਲੈ ਕੇ ਗਓ ਨਾ। ਮੇਰੇ ਫਾਦਰ ਗਏ ਸੀ 96 ਵਿੱਚ, ਗੁਜਰਾਲ ਸਾਹਿਬ ਦੇ ਮੰਤਰੀ ਸਨ ਇਬਰਾਹਿਮ, ਇਹ ਸਾਰੇ ਸੁਣ ਲੈਣ। ਉਹਨੇ ਚਿੱਠੀ ਫੜ ਕੇ ਮੱਥੇ ਤੇ ਲਾ ਲਈ ਕਿ ਆਪ ਅੰਮ੍ਰਿਤਸਰ ਸੇ ਆਏ, ਚਿੱਠੀ ਨੂੰ ਉਹ ਮੱਥਾ ਟੇਕਣ ਲੱਗ ਪਿਆ ਸੀ। ਤੇ ਸਾਡੇ ਪੰਜਾਬ ਦਾ ਇਹ ਹਾਲ ਹੈ ਕਿ ਇਹ ਚਾਹੁੰਦੇ ਨੇ ਕਿ ਅੰਮ੍ਰਿਤਸਰ ਨੂੰ ਅਸੀਂ ਕੱਢ ਹੀ ਦਈਏ, ਕੁਛ ਨਾ ਦਈਏ, ਸਿਰਫ ਮੱਥਾ ਟੇਕਣ ਆਈਏ। ਮਾਫ ਕਰਨਾ, ਬਹੁਤ ਸਵੇਰ ਦਾ ਨਾ ਬਹੁਤ ਹੀ ਨਿਰਾਸ਼ਾਜਨਕ ਕੰਮ ਹੈ। ਸਾਡੇ ਸਾਰੇ ਜਿਹੜੇ ਸੀਨੀਅਰ ਨੇ, ਮੇਰੇ ਫਾਦਰ ਵੀ, ਉਹ ਸਾਰੇ ਇਸੇ ਗੱਲ ਕਲਪਦੇ ਨੇ ਕਿ 30 ਏਕੜ ਲੈਂਡ ਹੈ, ਉਹ ਨਹੀਂ ਇਹ ਦੇ ਰਹੇ, ਤੇ ਬਾਕੀ ਇਹਨਾਂ ਨੇ ਕੀ ਦੇਣਾ ਅੰਮ੍ਰਿਤਸਰ ਨੂੰ ਜਾਂ ਹੋਰ ਪੰਜਾਬ ਨੂੰ। ਮਿਹਰਬਾਨੀ। ਬਹੁਤ ਦੁੱਖ ਭਰੀ ਦਾਸਤਾਨ ਸਮੀਪ ਸਿੰਘ ਨੇ ਦੱਸੀ ਅੰਮ੍ਰਿਤਸਰ ਦੀ, ਔਰ ਮੇਰੇ ਖਿਆਲ ਅੰਮ੍ਰਿਤਸਰ ਵਾਸੀ, ਮਾਝੇ ਦੇ ਵਾਸੀ ਜਿਹੜੇ ਨੇ ਸ਼ਾਇਦ ਉਹਨਾਂ ਨਾਲ ਸਹਿਮਤ ਹੋਣਗੇ। 2-3 ਚੀਜ਼ਾਂ ਜਿਹੜੀਆਂ ਵਾ, ਹਾਰਟੀਕਲਚਰ ਸੈਂਟਰ ਅਪਰੂਵ ਹੋਇਆ ਵਾ, ਸਿਰਫ ਪੈਸੇ ਦੇਣ ਦੀ ਲੋੜ ਹੈ ਤਾਂ ਕਿ ਸੈਂਟਰ ਤੋਂ ਪੈਸਾ ਆ ਕੇ ਉਹ ਬਣ ਸਕੇ। ਇਸੇ ਤਰ੍ਹਾਂ ਅੰਮ੍ਰਿਤਸਰ 에ਅਰਪੋਰਟ ਨੂੰ ਹੋਰ ਬੜਾਵਾ ਦੇਣ ਦੀ ਲੋੜ ਹੈ, ਨਾ ਕਿ ਹੋਰ ਬਾਕੀ ਟਰਮੀਨਲ, ਨਵੇਂ 에ਅਰਪੋਰਟਾਂ ਦੇ ਟਰਮੀਨਲ ਬਣਾਏ ਜਾਣ। ਬੱਸਾਂ ਦੇ ਚਲਾਉਣ ਦੀ ਲੋੜ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ। ਆਪਾਂ 에ਅਰਪੋਰਟ, ਹਵਾਈ ਜਹਾਜ਼ਾਂ ਦੀਆਂ ਗੱਲਾਂ ਕਰਦੇ ਹਾਂ, ਤੇ ਬੱਸਾਂ ਕਿੰਨਾ ਕੁ ਟਰਾਂਸਪੋਰਟ ਲਈ ਪੈਸਾ ਰੱਖਿਆ ਵੀ ਆ। ਅਸੀਂ ਆਸ ਕਰਦੇ ਹਾਂ ਵੀ ਉਹ ਜਿਹੜਾ ਟਰਾਂਸਪੋਰਟ ਲਈ ਪੈਸਾ ਰੱਖਿਆ, ਉਹਦੇ ਨਾਲ 5-7 ਬੱਸਾਂ ਜਿਹੜੀਆਂ ਵਾ ਅੰਮ੍ਰਿਤਸਰ 에ਅਰਪੋਰਟ ਲਈ ਚੱਲ ਸਕਦੀਆਂ ਨੇੜੇ ਤੇੜੇ ਦੇ ਸ਼ਹਿਰਾਂ ਤੋਂ। ਖੈਰ, ਗੁਲਿੰਦਰ ਗਿੱਲ ਦਾ ਕਮੈਂਟ ਆਇਆ ਵਾ ਕਿ ਬਜਟ ਜੋ ਵੀ ਹੈ, ਪਰ ਮਾਨ ਸਾਹਿਬ ਦੀ ਸਰਕਾਰ ਭ੍ਰਿਸ਼ਟਾਚਾਰ ਨਹੀਂ ਹੋਣ ਦੇਵੇਗਾ, ਸਾਰੇ ਦਾ ਸਾਰਾ ਪੈਸਾ ਲੋਕਾਂ ਤੇ ਲੱਗੇਗਾ। ਇਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਲੋਕਾਂ ਲਈ। ਗੁਲਿੰਦਰ ਗਿੱਲ ਓਬਵੀਅਸਲੀ ਕਹਿ ਰਹੇ ਨੇ ਕਿ ਚੰਗਾ ਬਜਟ ਹੈ ਜਾਂ ਮਾੜਾ ਬਜਟ ਹੈ ਉਹ ਵੱਖਰੀ ਗੱਲ ਹੈ, ਲੇਕਿਨ ਐਟਲੀਸਟ ਪੈਸਾ, ਲੋਕਾਂ ਦਾ ਪੈਸਾ ਲੋਕਾਂ ਤੇ ਲੱਗੂਗਾ। ਜਸਵਿੰਦਰ ਚਾਲ ਕਹਿ ਰਹੇ ਨੇ ਬਹੁਤ ਹੀ ਦੁਖਦਾਈ ਦਾਸਤਾਨ ਦੱਸੀ ਹੈ ਭਾਈ ਸਾਹਿਬ ਨੇ ਅੰਮ੍ਰਿਤਸਰ ਦੀ। ਉਹ ਸਮੀਪ ਸਿੰਘ ਗੁਮਟਾਲੇ ਦੇ ਕਮੈਂਟ ਬਾਰੇ ਗੱਲ ਕਰ ਰਹੇ ਸਨ। ਇੱਕ ਕਾਲ ਲੈ ਸਕਦਾ ਮੈਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਵਿਲ ਟੇਕ ਦੀ ਲਾਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ, ਅੱਧੇ ਮਿੰਟ ਦੇ ਵਿੱਚ ਚੰਗਾ ਲੱਗਾ ਬਜਟ ਜਾਂ ਲੱਗਾ ਕਿ ਇਹ ਪਹਿਲੀਆਂ ਸਰਕਾਰਾਂ ਵਾਂਗੂ ਹੀ ਇਹ ਵੀ ਬਜਟ ਹੈ? ਉਹ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਉਹ ਸੰਧੂ ਸਾਹਿਬ ਬਜਟ ਔਰ ਲੋਨ ਦਾ ਫਿਕਰ ਕਰਿਆ ਕਰੋ। ਅਸੀਂ ਬੜੇ ਜੋਰੇ ਬੰਦੇ ਆ, ਅਸੀਂ ਕਾਂਗਰਸ ਨੇ ਹਵੇਲੀਆਂ ਕੁੱਤੀਆਂ ਬਣਾ ਦਿੱਤੀਆਂ, ਠੀਕ ਹੈ। ਹੁਣ 8 ਸਾਲ ਤੋਂ ਅਸੀਂ BJP ਦਾ ਠੇਕਾ ਲਿਆ ਹੋਇਆ, 1 ਲੱਖ ਕਰੋੜ ਰੁਪਏ ਡਾਲਰ ਦਾ ਕਰਜ਼ਾ ਸਾਡੇ ਤੇ ਹੋਗਾ। ਕੋਈ ਚੱਕਰ ਨਹੀਂ, ਤੁਸੀਂ ਟੈਨਸ਼ਨ ਨਾ ਲਿਆ ਕਰੋ, ਤੁਸੀਂ ਬਸ ਕਰਨਾ ਠੇਕਾ ਲਿਓ ਜਿਹੜਾ ਦੂਜੇ ਚੈਨਲ ਲਿਆ ਹੋਇਆ। ਮਿਹਰਬਾਨੀ, ਥੈਂਕ ਯੂ। ਸਮੀਪ ਸਿੰਘ ਨੇ ਗੁਲਿੰਦਰ ਗਿੱਲ ਹੋਰਾਂ ਨੂੰ ਅਪੀਲ ਕੀਤੀ ਆ ਫੇਸਬੁੱਕ ਤੇ ਕਿ ਬੱਸ ਸਰਵਿਸ ਸ਼ੁਰੂ ਕਰਵਾ ਦਿਓ ਜੀ 에ਅਰਪੋਰਟ ਨੂੰ। ਤੁਹਾਡੀ ਸੁਣਦੇ ਹੋਣਗੇ ਮਾਨ ਸਾਹਿਬ ਤੇ ਉਹਨਾਂ ਦੇ ਮੰਤਰੀ।
ਹਰਦੀਪ ਸਿੰਘ ਸੋਢੀ ਕਹਿ ਰਹੇ ਨੇ ਲੋਕਾਂ ਦਾ ਪੈਸਾ, ਜੋ ਗੁਰਿੰਦਰ ਗਿੱਲ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਤੇ ਲੱਗੇਗਾ, ਉਹਨਾਂ ਕਿਹਾ ਲੋਕਾਂ ਦਾ ਪੈਸਾ ਇਸ਼ਤਿਹਾਰਾਂ ਤੇ ਲੱਗੇਗਾ। ਮਿਸਕੀ ਗੁਪਤਾ ਕਹਿ ਰਹੇ ਨੇ ਮੋਦੀ ਸਟੇਡੀਅਮ ਬਣਾਈਆਂ ਗਈਆਂ ਉਸੇ ਤਰ੍ਹਾਂ ਨਾ ਬਣੇਗਾ ਭਗਵੰਤ ਮਾਨ ਜੀ ਦਾ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਕਰਪਸ਼ਨ ਦਾ ਪੈਸਾ ਕਿਵੇਂ ਸਰਕਾਰ ਦੇ ਖਾਤੇ ਵਿੱਚ ਜਾ ਕੇ ਲੋਕਾਂ ਤੇ ਲੱਗੇਗਾ। ਖੈਰ ਗੁਰਿੰਦਰ ਗਿੱਲ ਨੇ ਸਮੀਪ ਸਿੰਘ ਮੁਟਾਲਾ ਦਾ ਜਵਾਬ ਦਿੱਤਾ ਵਾ, ਮੈਂ ਜਲਦੀ ਪੰਜਾਬ ਜਾਣਾ ਵਾ, ਜ਼ਰੂਰ ਗੱਲ ਕਰਾਂਗਾ ਅੰਮ੍ਰਿਤਸਰ ਬਾਰੇ। ਸੋ ਹੁਣ ਅਸੀਂ ਆਸ ਕਰ ਸਕਦੇ ਹਾਂ ਕਿ ਗੁਰਿੰਦਰ ਗਿੱਲ ਕਿਉਂਕਿ ਕਮਿਟਮੈਂਟ ਦੇ ਰਹੇ ਆ, ਅੰਮ੍ਰਿਤਸਰ ਦੀ ਵਾਕਈ ਬਿਹਤਰੀ ਹੋਵੇਗੀ। ਇਸ ਆਸ ਦੇ ਨਾਲ ਮੈਂ ਹੁਣ ਪ੍ਰੋਗਰਾਮ ਕਰ ਰਿਹਾ ਵਾਂ ਖਤਮ। ਵੀਕਐਂਡ ਆ, ਵੀਕਐਂਡ ਇੰਜੋਏ ਕਰੋ ਤੇ ਅਗਲੇ ਹਫਤੇ ਫਿਰ ਹਾਲੀ ਬਜਟ ਦੇ ਉੱਤੇ ਬਹਿਸ ਹੋਣੀ, ਅਗਲੇ ਹਫਤੇ ਫਿਰ ਇਸ ਮਸਲੇ ਨੂੰ ਲੈ ਕੇ ਮੈਂ ਆਊਂਗਾ। ਤੇ ਹੁਣ ਦਿਓ ਮੈਨੂੰ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।